ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 181 ਤੇ ਉੱਤੋਂ 6 ਪੰਗਤੀਆਂ ਛੱਡ ਕੇ ਮਹਿਲਾ ਪੰਜਵਾਂ ਗੁਆਰੇਰੀ, ਗੌੜੀ ਮਹਿਲਾ ਪੰਜਵਾਂ ਗੁਆਰੇਰੀ। ਕਿਤੇ ਗੌੜੀ ਗੁਆਰੇਰੀ ਇਕੱਠਾ ਲਿਖਿਆ ਹੋਇਆ, ਕਿਤੇ ਅੜ ਕਰਕੇ ਲਿਖਿਆ ਹੋਇਆ। ਰਾਗ ਹੈ ਗੌੜੀ ਗੁਆਰੇਰੀ ਤੇ ਪੰਚਮ ਪਾਤਸ਼ਾਹ ਦੀ ਬਾਣੀ। ਰਹਿਣ ਦਿਨ ਸੇ ਰਹਿ ਇੱਕ ਰੰਗਾ, ਪ੍ਰਭ ਕੋ ਜਾਣੈ ਸਦ ਹੀ ਸੰਗਾ। ਠਾਕਰ ਨਾਮ ਕਿਉ ਉਨ ਵਰਤਨ, ਤ੍ਰਿਪਤ ਅਗਾਵਨ ਹਰ ਕੈ ਦਰਸ਼ਨ। ਇਸ ਦੇ ਵਿੱਚ ਸੰਤਾਂ ਦੀ ਗੱਲ ਕਹੀ ਗਈ ਹੈ, ਕਿਉਂਕਿ ਅਖੀਰਲੀ ਲਾਈਨ ਦੱਸਦੀ ਹੈ, ਪਾਰ ਬ੍ਰਹਮ ਹੋਏ ਕਿਰਪਾ ਕੀਜੈ, ਧੂਰ ਸੰਤਨ ਕੀ ਨਾਨਕ ਦੀਜੈ। ਤੋ ਸੰਤ ਕੀ ਕਰਦਾ? ਰਹਿਣ ਦਿਨ ਰਹਿ ਇੱਕ ਰੰਗਾ। ਦਿਨ ਰਾਤ ਜਿਹੜਾ ਸੰਤ ਹੈ ਪਰਮਾਤਮਾ ਦੇ ਪਿਆਰ 'ਚ ਰਹਿੰਦਾ, ਇੱਕ ਰੰਗਾ, ਇੱਕ ਪਰਮਾਤਮਾ ਦੇ ਪਿਆਰ 'ਚ ਰਹਿੰਦਾ। ਪ੍ਰਭ ਕੋ ਜਾਣੇ ਸਦ ਹੀ ਸੰਗ, ਸੰਤ ਪਰਮਾਤਮਾ ਨੂੰ ਸਦਾ ਨਾਲ ਹੀ ਸਮਝਦਾ ਵੀ ਪਰਮਾਤਮਾ ਮੇਰੇ ਨਾਲ ਹੈ ਤੇ ਨਾਲ, ਪਰ ਅਸੀਂ ਨਹੀਂ ਸਮਝਦੇ। ਜੇ ਅਸੀਂ ਸੰਤ ਬਣ ਜਾਏਗੇ, ਸਾਡੀ ਅਵਸਥਾ ਉੱਚੀ ਹੋ ਜਾਏਗੀ, ਸਾਨੂੰ ਵਾਕਈ ਪਤਾ ਲੱਗਿਆ ਪਰਮਾਤਮਾ ਦੇ ਨਾਲ ਹੀ ਹੈ, ਪਰਮਾਤਮਾ ਦੇ ਨਾਲ ਹੀ ਹੈ। ਉਹਨਾਂ ਚਿਰ ਕਈ ਵਾਰੀ ਨਹੀਂ ਪਤਾ ਲੱਗਿਆ ਕਰਦਾ। ਦਿਨ ਰਾਤ ਉਹ ਇੱਕ ਰੰਗ 'ਚ ਰਹਿੰਦੇ ਨੇ, ਪਰਮਾਤਮਾ ਨੂੰ ਪਿਆਰ ਕਰਦੇ ਰਹਿੰਦੇ ਹਨ, ਪਰਮਾਤਮਾ ਨੂੰ ਸਦਾ ਸੰਗ ਸਮਝਦੇ, ਨਾਲ ਸਮਝਦੇ ਨੇ। ਠਾਕਰ ਨਾਮ ਦਿਓ ਉਨ ਵਰਤਨ, ਪਰਮਾਤਮਾ ਦੇ ਨਾਮ ਨੂੰ ਉਹ ਵਰਤਨ ਵਾਲੀ ਚੀਜ਼ ਸਮਝਦੇ ਨੇ। ਜਿਵੇਂ ਆਪਾਂ ਕੋਈ ਚੀਜ਼ ਵਰਤਦੇ ਹਾਂ, ਉਹ ਪਰਮਾਤਮਾ ਦੇ ਨਾਮ ਨੂੰ ਹੀ ਵਰਤਦੇ ਨੇ। ਤ੍ਰਿਪਤ ਅਗਾਵਨ ਹਰ ਕੈ ਦਰਸ਼ਨ, ਉਹ ਹਰੀ ਦਾ ਦਰਸ਼ਨ ਕਰਕੇ ਤ੍ਰਿਪਤ ਹੋ ਜਾਂਦੇ ਨੇ, ਅਗਾਵਨ ਰੱਜ ਜਾਂਦੇ ਨੇ। ਹੁਣ ਦਾ ਮਨ ਰੱਜ ਜਾਂਦਾ, ਹੁਣ ਦਾ ਮਨ ਤ੍ਰਿਪਤ ਹੋ ਜਾਂਦਾ। ਹਰ ਸੰਗ ਰਾਤੇ ਮਨ ਤਨ ਹਰੇ, ਗੁਰ ਪੂਰੇ ਕੀ ਸ਼ਰਨੀ ਪਰੇ। ਉਹ ਪੂਰੇ ਗੁਰੂ ਦੀ ਸ਼ਰਨ 'ਚ ਰਹਿੰਦੇ ਹਨ, ਹਰ ਸੰਗ ਰਾਤੇ ਹਰੀ ਦੇ ਨਾਲ ਮਿਲੇ ਹੁੰਦੇ ਹਨ। ਮਨ ਤਨ ਹਰੇ, ਉਹਨਾਂ ਦਾ ਮਨ ਤੇ ਤਨ ਹਰਿਆ ਭਰਿਆ ਹੁੰਦਾ। ਅਸ ਤਾਂ ਕਦੇ ਉਦਾਸ, ਕਦੇ ਖੁਸ਼, ਕਦੇ ਸੁਖ, ਕਦੇ ਦੁੱਖ ਚੱਲੀ। ਉਹਨਾਂ ਦਾ ਮਨ ਤੇ ਤਨ ਹਰਿਆ ਭਰਿਆ ਹੁੰਦਾ। ਕਿਉਂ? ਉਹ ਹਮੇਸ਼ਾ ਹਰੀ ਦੀ ਸੰਗਤ 'ਚ ਰਹਿੰਦੇ ਨੇ ਅਤੇ ਪੂਰੇ ਗੁਰੂ ਦੀ ਸ਼ਰਨ 'ਚ ਰਹਿੰਦੇ ਨੇ। ਚਰਨ ਕਮਲ ਆਤਮ ਆਧਾਰ, ਏਕ ਨਿਹਾਰੇ ਆਗਿਆਕਾਰ। ਪਰਮਾਤਮਾ ਦੇ ਜਿਹੜੇ ਚਰਨ ਕਮਲ ਨੇ, ਉਹਨਾਂ ਦੀ ਜ਼ਿੰਦਗੀ ਦਾ ਆਧਾਰ ਨੇ। ਆਤਮ ਉਹਨਾਂ ਦੀ ਜ਼ਿੰਦਗੀ ਦਾ, ਉਹਨਾਂ ਦਾ ਜਿੰਦ ਜਾਣ ਦਾ ਆਧਾਰ। ਏਕ ਨਿਹਾਰੇ ਆਗਿਆਕਾਰ, ਉਹ ਕਿਉਂਕਿ ਪਰਮਾਤਮਾ ਦੇ ਆਗਿਆਕਾਰ ਹੁੰਦੇ ਨੇ। ਜਿਵੇਂ ਪਰਮਾਤਮਾ ਕਹਿੰਦਾ ਉਵੇਂ ਕਰਨ ਵਾਲੇ ਹੁੰਦੇ ਨੇ, ਉਹਨੂੰ ਆਗਿਆਕਾਰ ਕਹਿੰਦੇ। ਹੈ ਜੀ, ਬੱਚਾ ਮਾਂ ਪਿਓ ਦਾ ਆਗਿਆਕਾਰ ਹੈ, ਵੀ ਮਾਂ ਪਿਓ ਜੋ ਉਹਨੂੰ ਕਹਿੰਦੇ ਨੇ ਉਸ ਤਰ੍ਹਾਂ ਕਰਦਾ ਉਹ ਆਗਿਆਕਾਰ। ਏਕ ਨਿਹਾਰੇ, ਉਹ ਪਰਮਾਤਮਾ ਨੂੰ ਹੀ ਵੇਖਦੇ ਹਨ, ਉਹ ਪਰਮਾਤਮਾ ਦੀ ਆਗਿਆ 'ਚ ਰਹਿੰਦੇ ਹਨ। ਏਕੋ ਬਣਜੇ ਏਕੋ ਵਿਵਹਾਰੀ, ਹੁਣ ਦਾ ਵਪਾਰ ਵੀ ਇੱਕ ਹੀ ਹੈ ਅਤੇ ਉਹ ਵਪਾਰੀ ਵੀ ਇੱਕੋ ਦੇ ਹੀ ਹਨ। ਵਪਾਰ ਵੀ ਇੱਕ ਹੈ ਪਰਮਾਤਮਾ ਦਾ, ਵਪਾਰੀ ਵੀ ਇੱਕ ਪਰਮਾਤਮਾ ਦੇ ਹੀ ਹਨ। ਅਵਰ ਨਾ ਜਾਣੇ ਬਿਨ ਨਿਰੰਕਾਰ, ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਉਹਦੇ ਬਰਾਬਰ ਦੇ ਹੀ ਨਹੀਂ ਸਮਝਦੇ। ਬਿਨਾਂ ਨਿਰੰਕਾਰ ਦੇ ਹੋਰ ਕਿਸੇ ਨੂੰ ਜਾਣਦੇ ਨਹੀਂ, ਭਾਵ ਹੋਰ ਕਿਸੇ ਨੂੰ ਬਰਾਬਰ ਦਾ ਨਹੀਂ ਸਮਝਦੇ। ਹਰਖ ਸੋਗ ਦੋਹੂੰ ਤੇ ਮੁਕਤੇ, ਹਰਖ ਪੰਜਾਬੀ ਦੇ ਸ਼ਬਦ ਹੈ ਹਰਸ਼। ਹਰਸ਼ ਬਣੇ ਖੁਸ਼ੀ,
ਉੱਥੋਂ ਗੁਰਬਾਣੀ 'ਚ ਬਣਿਆ ਹਰਖ। ਖੁਸ਼ੀ ਸੋਗ ਗਮੀ ਦੋਹੂੰ ਤੇ ਮੁਕਤੇ। ਉਹ ਖੁਸ਼ੀ ਅਤੇ ਗਮੀ ਤੋਂ ਮੁਕਤ ਹੁੰਦੇ ਹਨ। ਖੁਸ਼ੀ ਆਏ ਤਾਂ ਵੀ ਇੱਕ ਸਾਹ ਰਹਿੰਦੇ ਨੇ, ਗਮੀ ਆਏ ਤਾਂ ਵੀ ਇੱਕ ਸਾਹ ਰਹਿੰਦੇ ਨੇ, ਕਿ ਉਹਨੂੰ ਪਤਾ ਹੈ ਖੁਸ਼ੀ ਦੇਣ ਵਾਲਾ ਵੀ ਉਹੀ ਅਤੇ ਗਮੀ ਦੇਣ ਵਾਲਾ ਵੀ ਉਹੀ, ਉਹ ਇੱਕ ਸਾਹ ਰਹਿੰਦੇ ਨੇ। ਹੁਣ ਤਾਂ ਜ਼ਿੰਦਗੀ ਬੈਲੈਂਸਡ ਹੁੰਦੀ ਹੈ। ਅਸੀਂ ਕਿਉਂਕਿ ਸਧਾਰਨ ਜੀਵ ਹਾਂ, ਥੋੜ੍ਹੀ ਜਿਹੀ ਖੁਸ਼ੀ ਹੋਈ ਬੜੇ ਖੁਸ਼ ਹਾਂ, ਟੱਪਦੇ ਨੱਚਦੇ ਹਾਂ, ਢੋਲ ਵਜਾਉਂਦੇ ਹਾਂ। ਥੋੜ੍ਹਾ ਦੁੱਖ ਹੁੰਦਾ ਰੋਂਦੇ ਪਿੜਦੇ ਹਾਂ। ਪਰ ਜੇ ਸੰਤ ਹਨ ਹਰਖ ਸੋਗ ਦੋਹੂੰ ਤੇ ਮੁਕਤੇ, ਉਹ ਖੁਸ਼ੀ ਗਮੀ ਦੋਨੋਂ ਤੇ ਮੁਕਤ ਹੁੰਦੇ ਨੇ। ਸਦਾ ਲਿਪਤ ਜੋਗ ਅਰ ਜੁਗਤੇ, ਉਹ ਪਰਮਾਤਮਾ ਨਾਲ ਤਾਂ ਹਮੇਸ਼ਾ ਹੀ ਜੁੜੇ ਰਹਿੰਦੇ ਨੇ, ਪਰ ਰਹਿੰਦੇ ਸਦਾ ਹੀ ਸੰਸਾਰ ਤੋਂ ਨਿਰਲੇਪ ਨੇ। ਅਲਿਪਤ ਨਿਰਲੇਪ, ਉਹ ਸੰਸਾਰ ਤੋਂ ਨਿਰਲੇਪ ਰਹਿੰਦੇ ਨੇ ਅਤੇ ਪਰਮਾਤਮਾ ਨਾਲ ਸਦਾ ਜੁੜੇ ਰਹਿੰਦੇ ਨੇ। ਉਹਨਾਂ ਦੀ ਵਧੀਆ ਜੀਵਨ ਜੁਗਤੀ ਹੁੰਦੀ ਹੈ। ਦਿਸੈ ਸਭ ਮੈਂ ਸਭ ਤੇ ਰਹਤੇ, ਉਹ ਸਾਰਿਆਂ ਦੇ ਵਿੱਚ ਹੀ ਵਰਤਦੇ ਨੇ। ਇਹ ਨਹੀਂ ਕਿ ਸੰਤ ਮਹਾਤਮਾ ਕੋ ਬਾਹਰ ਰਹਿੰਦੇ, ਸੰਸਾਰ ਦੇ ਵਿੱਚ ਹੀ ਵਰਤਦੇ ਨੇ, ਪਰ ਫਿਰ ਇਹ ਸਾਰੇ ਤੋਂ ਅਲੱਗ ਰਹਿੰਦੇ ਨੇ। ਰਹਤੇ ਸਭ ਤੇ ਰਹਤੇ, ਸਾਰੇ ਤੋਂ ਨਿਰਲੇਪ ਰਹਿੰਦੇ ਨੇ, ਰਹਿੰਦੇ ਸਾਰੇ ਦੇ ਵਿੱਚ ਹੀ ਨੇ। ਜਦੋਂ ਮੋਹ ਖਤਮ ਹੋ ਜਾਂਦਾ ਹੈ ਫਿਰ ਮਨੁੱਖ ਨਿਰਲੇਪ ਹੋ ਜਾਂਦਾ। ਜਿੰਨਾ ਚਿਰ ਮੋਹ ਹੈ ਇਹ ਬੰਦਾ ਕਿਸੇ ਨਾ ਕਿਸੇ ਚੀਜ਼ ਨਾਲ ਲਿਪਤ ਹੈ, ਜਦੋਂ ਮੋਹ ਖਤਮ ਹੋ ਜਾਂਦਾ ਫਿਰ ਨਿਰਲੇਪ ਹੋ ਜਾਂਦਾ। ਉਹਨੂੰ ਕਹਿੰਦੇ ਰਹਤੇ। ਪਾਰ ਬ੍ਰਹਮ ਕਾ ਓਏ ਧਿਆਨ ਧਰਤੇ, ਓਏ ਹਮੇਸ਼ਾ ਬਹੁਵਚਨ ਹੁੰਦਾ ਹੈ ਵੀ ਸੰਤ ਜਿਹੜੇ ਨੇ ਹਮੇਸ਼ਾ ਪਰਮਾਤਮਾ ਦਾ ਧਿਆਨ ਧਰਦੇ ਨੇ। ਉਹ ਕਿਸੇ ਦੇਵੀ ਦੇਵਤੇ ਦਾ ਧਿਆਨ ਨਹੀਂ ਧਰਦੇ, ਉਸ ਵੀ ਸਿਰਫ ਪਰਮਾਤਮਾ ਦਾ ਧਿਆਨ ਧਰਦੇ। ਵਾਹਿਗੁਰੂ 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 ਵਾਹਿਗੁਰੂ, ਉਹ ਜਦੋਂ ਕਦੇ ਵਾਹਿਗੁਰੂ ਦਾ ਧਿਆਨ ਨਹੀਂ ਧਰਦੇ ਨੇ। ਜਿਸ ਦਾ ਤੁਸੀਂ ਧਿਆਨ ਧਰ ਕੇ ਸਾਲਾਂ ਬੱਧੀ ਕਰਦੇ ਰਹੋ ਸਿਮਰਨ, ਇੱਕ ਦਿਨ ਉਹੀ ਪ੍ਰਗਟ ਹੋ ਜਾਂਦਾ ਸਾਹਮਣੇ, ਇੱਕ ਦਿਨ ਸਾਹਮਣੇ ਉਹੀ ਪ੍ਰਗਟ ਹੋ ਜਾਂਦਾ। ਕਈ ਵਾਰੀ ਕਿਸੇ ਬੰਦੇ ਲਾਉਣ ਲਈ ਗੁਰੂ ਨਾਨਕ ਕਹੀਦਾ ਤੂੰ ਐਂ ਕਰ, ਗੁਰੂ ਨਾਨਕ ਦੇਵ ਜੀ ਦੀ ਫੋਟੋ ਲੈ ਲਾ, ਛੋਟੀ ਜਿਹੀ ਲੈ ਲਾ, ਸਾਹਮਣੇ ਇੱਕ ਸਟੂਲ ਰੱਖ ਲੈ, ਦੇਖਣ ਲਈ ਸੌਖਾ ਰਹੇ, ਉਹਦੇ ਉੱਤੇ ਫੋਟੋ ਰੱਖ ਲੈ, ਫੋਟੋ ਵੱਲ ਵੇਖੀ ਜਾ, ਗੁਰੂ ਨਾਨਕ ਦੀ ਫੋਟੋ ਵੱਲ ਵੇਖੀ ਜਾ, ਵਾਹਿਗੁਰੂ 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 ਕਰੀ ਜਾ। ਅੱਖਾਂ ਖੋਲ੍ਹ ਕੇ ਗੁਰੂ ਨਾਨਕ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਣਾ, ਗੁਰੂ ਨਾਨਕ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਤੁਸੀਂ ਦੇਖਣਾ ਹੈ ਅਤੇ ਵਾਹਿਗੁਰੂ 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 ਕਰੀ ਜਾਣਾ। 1-2 ਸਾਲਾਂ ਬਾਅਦ ਅਗਰ ਆਪਾਂ ਇਸ ਤਰ੍ਹਾਂ ਕਰੀ ਗਏ ਤਾਂ ਗੁਰੂ ਨਾਨਕ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ, ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ। ਕਿਉਂਕਿ ਪਰਮਾਤਮਾ ਨੇ ਪਹਿਲਾਂ ਤੁਹਾਨੂੰ ਆਪਣਾ ਦਰਸ਼ਨ ਦੇਣ ਨੂੰ ਸਾਕਾਰ ਰੂਪ ਧਾਰਨ ਕਰਨਾ ਪੈਂਦਾ, ਨਿਰਗੁਣ ਤੋਂ ਉਹਨੂੰ ਸਰਗੁਣ ਹੋਣਾ ਪਿਆ ਤਾਂ ਹੀ ਦਰਸ਼ਨ ਹੋਣਗੇ। ਗੁਰੂ ਨਾਨਕ ਦੇ ਰੂਪ 'ਚ ਸਿੱਖ ਨੂੰ ਦਰਸ਼ਨ ਹੁੰਦੇ ਨੇ, ਪਰ ਪਰਮਾਤਮਾ ਕਹਿੰਦਾ ਇਹ ਮੇਰੇ ਅਸਲੀ ਦਰਸ਼ਨ ਨਹੀਂ, ਇਹ ਤੁਹਾਡੀ ਭਾਵਨੀ ਦੇ ਦਰਸ਼ਨ ਨੇ। ਮੇਰੇ ਅਸਲੀ ਦਰਸ਼ਨ ਅਜੇ ਲੱਗੇ ਰਹੋ, ਕਰਦਿਆਂ 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 ਬੰਦਾ ਪਰਮਾਤਮਾ ਤੱਕ ਪਹੁੰਚ ਜਾਂਦਾ। ਇਹ ਪਹਿਲਾਂ ਬਿਰਤੀ ਜੋੜਨ ਲਈ ਮਹਾਂਪੁਰਖ ਕਈ ਵਾਰੀ ਢੰਗ ਤਰੀਕੇ ਆਪਣੇ ਚੇਲਿਆਂ ਲਈ ਵਰਤਦੇ ਨੇ। ਵੀ ਉਂਝ ਵਾਹਿਗੁਰੂ ਵਾਹਿਗੁਰੂ ਕਹਿੰਦਾ, ਹੁਣ ਦਿਸਦਾ ਨਹੀਂ ਸਾਹਮਣੇ ਕੁਛ, ਇਹ ਕਈ ਵਾਰੀ ਦੀ ਬਿਰਤੀ ਨਹੀਂ ਲੱਗਦੀ। ਪਰ ਜੇ ਉਹਨੂੰ ਸਮਝਾ ਦਿੱਤਾ ਜਾਵੇ ਕਿ ਮਹਾਨਤਾ ਵੇਖਣ ਦੀ ਨਹੀਂ, ਮਹਾਨਤਾ ਸੁਣਨ ਦੀ ਹੈ। ਵਾਹਿਗੁਰੂ ਅੱਖਾਂ ਬੰਦ ਕਰਕੇ ਵਾਹਿਗੁਰੂ ਕਹਿਣੇ, ਕੰਨਾਂ ਨਾਲ ਵਾਹਿਗੁਰੂ ਸੁਣਨੇ, ਵਾਹਿਗੁਰੂ 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 ਕਰੀ ਜਾਣੇ, ਕੰਨਾਂ ਨਾਲ ਸੁਣੀ ਜਾਣ। ਜਦੋਂ ਕੰਨਾਂ ਨਾਲ ਨਾ ਸੁਣੇ ਇਹਦਾ ਧਿਆਨ ਕਿਤੇ ਗਿਆ, ਇਹਦਾ ਕਿਤੇ ਧਿਆਨ ਗਿਆ। ਫਿਰ ਕੋਸ਼ਿਸ਼ ਕਰਨੀ, ਬਸ ਐਂ ਕਰੀ ਜਾਣਾ, ਵਾਹਿਗੁਰੂ ਕਹੀ ਜਾਣਾ, ਕੰਨਾਂ ਨਾਲ ਸੁਣੀ ਜਾਣਾ, ਵਾਹਿਗੁਰੂ ਕਹੀ ਜਾਣਾ, ਕੰਨਾਂ ਨਾਲ ਸੁਣੀ ਜਾਣਾ।
ਇੱਕ ਦਿਨ ਪ੍ਰਾਪਤੀ ਹੋ ਜਾਂਦੀ। ਪਰਮਾਤਮਾ ਦੀ ਇੱਕ ਦਿਨ ਪ੍ਰਾਪਤੀ ਹੋ ਜਾਂਦੀ। ਇਸ ਲਈ ਵਾਹਿਗੁਰੂ ਇਹ ਧਿਆਨ ਹੈ। ਸੁਣਨਾ ਇੱਕ ਧਿਆਨ ਹੈ। ਵਾਹਿਗੁਰੂ ਸ਼ਬਦ ਨੂੰ ਕਰਨ ਨਾਲ ਸੁਣਨਾ ਇਹ ਧਿਆਨ ਹੈ। ਅਤੇ ਮਹਾਨਤਾ ਸਾਰੀ ਧਿਆਨ ਦੀ ਹੈ। ਵਾਰੀ ਵਾਰੀ ਵਾਹਿਗੁਰੂ ਕਰਨ ਦੀ ਮਹਾਨਤਾ ਨਹੀਂ। ਮਹਾਨਤਾ ਧਿਆਨ ਦੀ ਹੈ ਕਿ ਜਦੋਂ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਕੇ ਤੁਹਾਡਾ ਧਿਆਨ ਸੁਣਨ 'ਚ ਹੈ। ਮੰਨ ਲਓ ਮੈਂ ਕਥਾ ਕਰ ਰਿਹਾ, ਜਿੰਨਾ ਚਿਰ ਤੁਸੀਂ ਮੇਰੀ ਕਥਾ ਸੁਣ ਰਹੇ ਹੋ ਤੁਹਾਡਾ ਧਿਆਨ ਇੱਥੇ ਹੈ। ਬਾਈ ਚਾਂਸ ਤੁਹਾਡਾ ਧਿਆਨ ਬਾਜ਼ਾਰ 'ਚ ਲੈ ਗਿਆ, ਉਹਨੇ ਸਮਝ ਮੈਂ ਕੀ ਕਥਾ ਕੀਤੀ ਤੁਹਾਨੂੰ ਕੋਈ ਪਤਾ ਨਹੀਂ ਲੱਗੇਗਾ। ਸੁਣਨੇ ਨਹੀਂ, ਕੰਨ ਤਾਂ ਹੈਗੇ, ਸੁਣਨਾ ਨਹੀਂ। ਕਿਉਂ? ਜਿੰਨੇ ਅੰਦਰ ਬੈਠੇ ਨੇ ਸੁਣਨਾ ਸੀ ਬਾਜ਼ਾਰ ਸਮੋਸੇ ਖਾ ਰਿਹਾ, ਉਹ ਤਾਂ ਰੱਖੜੀ ਖਰੀਦ ਰਿਹਾ ਹੈ, ਉਹ ਤਾਂ ਮਠਿਆਈ ਦਾ ਡੱਬਾ ਖਰੀਦ ਰਿਹਾ ਹੈ। ਉਹਨੂੰ ਕਹਿੰਦੇ ਧਿਆਨ। ਮਹਾਨਤਾ ਬਹੁਤਾ ਵਾਹਿਗੁਰੂ ਵਾਹਿਗੁਰੂ ਜੇ ਬਹੁਤਾ ਪਾਠ ਕਰਦੇ, ਮਹਾਨਤਾ ਧਿਆਨ ਦੀ ਹੈ। ਬਈ ਕਿੰਨਾ ਤੁਸੀਂ ਧਿਆਨ ਨਾਲ ਪਾਠ ਕੀਤਾ, ਓਨਾ ਹੀ ਉਹਦਾ ਫਲ ਮਿਲਣਾ ਹੁੰਦਾ। ਕਿਸੇ ਚਾਹੇ 5 ਮਿੰਟ ਕਰੋ, 10 ਮਿੰਟ ਕਰੋ, ਧਿਆਨ ਨਾਲ ਕਰੋ। ਜੋ ਸਮਝੋ ਹੁਣ ਨਹੀਂ ਧਿਆਨ ਲੱਗਦਾ, ਪਰ ਆਰਾਮ ਨਾਲ ਸੌਂ ਜਾਓ। ਹੋਰ ਕਿਤੇ ਸੌਂ ਕੇ ਫਿਰ ਫਰੈਸ਼ ਹੋ ਜਾਓ, ਫਿਰ ਲੱਗ ਜਾਓ। ਕਈ ਵਾਰੀ ਆਪਾਂ ਨੂੰ ਨੀਂਦ ਆਉਂਦੀ ਹੁੰਦੀ ਹੈ। ਕਈ ਵਾਰ ਦੇਖਿਆ ਰਾਤੀ 6 ਵਜੇ ਸੌਂ ਕੇ ਵੀ ਜੇ ਪੜ੍ਹ ਕਰ ਲੈ ਫਿਰ ਨੀਂਦ ਆਉਂਦੀ ਹੈ। ਫਿਰ ਰੱਖ ਦਿਓ ਗੁਟਕਾ ਰੱਖ ਕੇ ਫਿਰ ਲੇਟ ਜਾਓ, 10-15 ਮਿੰਟ ਸੌਂ ਜਾਓ, ਫਿਰ ਉੱਠੋ, ਫਿਰ ਠੀਕ ਹੋ ਜਾਓਗੇ, ਫਿਰ ਠੀਕ ਹੋ ਜਾਓਗੇ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਸਾਰੀ ਗੱਲ ਉਹ ਧਿਆਨ ਧਰਤੇ। ਪਾਰ ਬ੍ਰਹਮ ਕਾ ਉਹਏ ਧਿਆਨ ਧਰਤੇ, ਉਹ ਪਰਮਾਤਮਾ ਦਾ ਧਿਆਨ ਧਰਦੇ ਹਨ। ਸੰਤਨ ਕੀ ਮਹਿਮਾ ਕਵਨ ਬਖਾਨੋ। ਮੈਂ ਕਿਹਾ ਸੰਤਾਂ ਦੀ ਮਹਿਮਾ ਕਿਵੇਂ ਵਰਣਨ ਕਰਾਂ। ਅਗਾਧ ਬੋਧ ਕਿਛ ਮਿਤ ਨਹੀਂ ਜਨ। ਉਹਨਾਂ ਦਾ ਬੋਧ ਗਿਆਨ, ਉਹਨਾਂ ਦਾ ਗਿਆਨ ਅਗਾਧ ਅਥਾਹ, ਉਹਨਾਂ ਦਾ ਗਿਆਨ ਅਥਾਹ ਹੁੰਦਾ ਹੈ। ਕਿਛ ਮਿਤ ਨਹੀਂ ਜਨ, ਉਹਨਾਂ ਦੇ ਗਿਆਨ ਦੀ ਲਿਮਟ ਹੀ ਨਹੀਂ ਮੈਨੂੰ ਪਤਾ। ਉਹਨਾਂ ਦੇ ਗਿਆਨ ਦਾ ਮੈਨੂੰ ਕੋਈ ਅੰਤ ਨਹੀਂ ਪਤਾ, ਕਿੱਥੋਂ ਤੱਕ ਉਹਨਾਂ ਦਾ ਗਿਆਨ। ਕਿਉਂਕਿ ਬ੍ਰਹਮ ਗਿਆਨੀ ਦਾ ਗਿਆਨ ਤੇ ਰੱਬ ਤੱਕ ਦਾ ਗਿਆਨ ਹੁੰਦਾ ਹੈ। ਇਸ ਲਈ ਕਹਿੰਦੇ ਉਹਨਾਂ ਦੇ ਅਥਾਹ ਗਿਆਨ ਹੈ। ਮਿਤ ਜਿਹਨੂੰ ਇੰਗਲਿਸ਼ ਕਹੇ ਲਿਮਟ, ਕੋਈ ਲਿਮਟ ਨਹੀਂ ਉਹਦਾ, ਉਹ ਲਿਮਟਲੈਸ ਉਹਨਾਂ ਦਾ ਗਿਆਨ, ਬੇਅੰਤ ਹੈ। ਪਾਰ ਬ੍ਰਹਮ ਮੋਹਿ ਕਿਰਪਾ ਕੀਜੈ। ਪਾਰ ਬ੍ਰਹਮ ਮੈਨੂੰ ਔਕੜ ਨਹੀਂ ਹੈ, ਇਹਦਾ ਮਤਲਬ ਹੇ ਪਰਮਾਤਮਾ। ਜਿਵੇਂ ਨਾਨਕ ਕੱਕ ਨਾ ਔਕੜ ਨਾ ਹੋਵੇ, ਸਿਹਾਰੀ ਨਾ ਹੋਵੇ, ਹੁੰਦਾ ਹੇ ਨਾਨਕ। ਪਾਰ ਬ੍ਰਹਮ ਹੇ ਪਰਮਾਤਮਾ ਮੋਹਿ ਕਿਰਪਾ ਕੀਜੈ, ਮੇਰੇ 'ਤੇ ਕਿਰਪਾ ਕਰ, ਮੇਰੇ 'ਤੇ ਕਿਰਪਾ ਕਰ। ਕੀ ਫਿਰ ਮਨ 'ਚ ਕਹੋ ਕੀ? ਧੂਰ ਸੰਤਨ ਕੀ ਨਾਨਕ ਦੀਜੈ। ਇੱਥੇ ਨਾਨਕ ਅੱਗੇ ਨੂੰ ਔਂਕੜ ਨਹੀਂ ਹੈ, ਇੱਥੇ ਹੇ ਨਾਨਕ ਨਹੀਂ, ਨਾਨਕ ਨੂੰ। ਜਦੋਂ ਕੋਈ ਨਾਲ ਸੰਬੰਧਕ ਆ ਜਾਏ, ਤਾ ਤੇ ਤੀ ਨਾ ਨੂੰ ਇਸ ਤਰ੍ਹਾਂ ਆ ਜਾਏ, ਫਿਰ ਉਹ ਜਿਹੜਾ ਹੈ ਔਂਕੜ ਖਤਮ ਹੋ ਜਾਂਦਾ। ਇਸ ਕਰਕੇ ਆਇਆ ਧੂੜ ਸੰਤਨ ਕੀ ਨਾਨਕ ਦੀਜੈ। ਨਾਨਕ ਨੂੰ ਸੰਤਾਂ ਦੀ ਚਰਨ ਧੂੜ ਬਖਸ਼। ਕਹਿੰਦਾ ਮੇਰੀ ਤਾਂ ਆਹੀ ਕਿਰਪਾ ਹੈ, ਮੇਰੀ ਤਾਂ ਆਹੀ ਬੇਨਤੀ ਹੈ, ਮੇਰੇ 'ਤੇ ਇਹੀ ਕਿਰਪਾ ਕਰ ਕਿ ਮੈਨੂੰ ਸੰਤਾਂ ਦੇ ਚਰਨ ਧੂੜ ਬਖਸ਼ ਦੇ। ਬਸ ਸੰਤ ਹੁਣ ਤੁਸੀਂ ਕਹੋ ਚਰਨ ਧੂੜ ਕੀ, ਉਹਨਾਂ ਦੇ ਪੈਰਾਂ ਨੂੰ ਮਿੱਟੀ ਲੱਗੀ ਹੁੰਦੀ ਹੈ? ਨਹੀਂ ਲੱਗੀ ਹੁੰਦੀ, ਫਿਰ ਚਰਨ ਧੂੜ ਕਿੱਥੋਂ ਮਿਲੇਗੀ? ਭਾਵ ਨਿਮਰਤਾ ਸਹਿਤ ਸੰਤਾਂ ਦੀ ਸੰਗਤ ਕਰਨਾ, ਇਹੀ ਚਰਨ ਧੂੜ ਹੈ। ਕਿਤੇ ਨੇ ਕਹਾ ਜੀ ਆ ਪੈਰ ਉਹਨਾਂ ਨੂੰ ਕਰਿਓ ਜੀ, ਅਤੇ ਕੱਪੜੇ ਨਾਲ ਪੂੰਝਣ ਲੱਗ ਜਾਵੇ। ਵੈਸੇ ਤਾਂ ਉਹ ਵੀ ਬਹੁਤ ਹੈ, ਵੈਸੇ ਤਾਂ ਉਹ ਵੀ ਬਹੁਤ। ਇੱਕ ਵਾਰੀ ਕਿਸੇ ਨੂੰ ਕੋਈ ਬਿਮਾਰੀ ਸੀ ਅਤੇ ਮੈਂ ਤਜਰਬਾ ਕੀਤਾ। ਮੈਂ ਭਾਈ ਆਪਣੇ ਘਰੋਂ ਇੱਕ ਸੁੱਚਾ ਰੁਮਾਲ ਲੈ ਆਈ। ਅੱਜ ਦਿਨੇ ਸਾਰਾ ਦਿਨ ਗੁਰੂ ਗ੍ਰੰਥ ਹੁੰਦਾ,
ਤੁਹਾਡੇ ਤੋਂ ਪੁੱਛ ਲਿਓ ਪਹਿਲਾਂ ਵੀ ਇੰਨਾ ਸਮਾਂ ਲੈਣਾ। ਉਸ ਇੱਕੋ ਕੱਪੜੇ ਨਾਲ ਹਰ ਇੱਕ ਸਫ਼ੇ ਨੂੰ ਪੂੰਜੀ ਜਾਓ। 1430 ਅੰਗ ਗੁਰੂ ਗ੍ਰੰਥ ਉਸ ਕੱਪੜੇ ਨਾਲ ਪੂੰਝ ਦਿਓ। ਫਿਰ ਉਸ ਕੱਪੜੇ ਨੂੰ ਪਾਣੀ 'ਚ ਜਾ ਕੇ ਭਿਉਂ ਦਿਓ, ਚੰਗੀ ਤਰ੍ਹਾਂ ਮਲੋ ਪਾਣੀ 'ਚ। ਉਹ ਜਿਹੜਾ ਪਾਣੀ ਹੈ ਜਿੱਥੇ ਤੁਹਾਡੇ ਜ਼ਖਮ ਨੇ ਜੋ ਕਿ ਉੱਥੇ ਲਾਓ, ਉੱਥੇ ਲਾਓ। ਤੁਸੀਂ ਪਹਿਲਾਂ ਨਾਲ ਤੁਹਾਡੀ ਬਿਮਾਰੀ 'ਚ ਫਰਕ ਪੈ ਜਾਏ। ਕਿਉਂ? ਬਾਣੀ ਗੁਰੂ ਹੈ। ਉਸ ਰੁਮਾਲ ਨੂੰ ਗੁਰੂ ਦੀ ਛੋਹ ਪ੍ਰਾਪਤ ਹੋ ਗਈ ਹੈ, ਇਸ ਕਾ ਉਹ ਰੁਮਾਲ ਵੀ ਸ਼ਕਤੀਸ਼ਾਲੀ ਹੋ ਗਿਆ। ਸੋ ਚਰਨ ਧੂੜ ਜਿਹੜੀ ਹੈ ਇਹ 'ਚ ਬੜੀ ਸ਼ਕਤੀ ਹੁੰਦੀ ਹੈ। ਹਾਂਜੀ, ਉਹ ਇੱਕੋ ਗੱਲ ਹੈ, ਚਾਹੇ ਸੈਂਚੀ ਸਾਹਿਬ ਮਤਲਬ ਬਾਣੀ ਤੋਂ ਸੈਂਚੀ ਸਾਹਿਬ ਦੇ ਕਰ ਸਕਦੇ। ਸੰਤ ਨਿਸ਼ਚਲ ਸਿੰਘ ਜੀ ਹੋਏ ਨੇ ਜਮਨਾ ਨਗਰ ਦੇ। ਉਹ ਇੱਕ ਥਾਂ ਇੱਕ ਗੁਰਦੁਆਰੇ 'ਚ ਦੀਵਾਨ ਲਾ ਰਹੇ ਨੇ। ਸੈਕਰਡ ਸਟੋਰੀ ਜਿਵੇਂ ਆਪਣਾ ਹੈ ਉਹ ਇੱਥੇ ਲਾ ਰਹੇ ਹੁਣ ਹੇਠਾਂ ਉਂਝ। ਸੰਤ ਬੈਠੇ ਨੇ। ਬਾਅਦ 'ਚ ਜਿਹੜਾ ਪ੍ਰਧਾਨ ਸੀ ਉਹ ਆਪਣੇ ਜਿਹੜਾ ਗ੍ਰੰਥੀ ਸਿੰਘ ਸੀ ਉਹਨੂੰ ਲੈ ਤੇ ਮਹਾਰਾਜ ਜੀ ਇਹ 20 ਸਾਲਾਂ ਤੋਂ ਇੱਥੇ ਸੇਵਾ ਕਰ ਰਿਹਾ ਵੀ ਇਹਦੇ ਘਰ ਪੁੱਤਰ ਕੋਈ ਨਹੀਂ ਹੈਗਾ ਅਤੇ ਕਿਰਪਾ ਕਰੋ। ਉਹਨੂੰ ਕਹਿੰਦੇ ਭਾਈ ਐਂ ਕਰ, ਤੂੰ ਉਹਨੇ ਇੱਕ ਕੱਪੜਾ ਲਿਆ, ਕੋਈ ਪਲੇਟ ਲੈ ਕੇ ਆ, ਜਿੰਨਾ ਪੌੜੀਆਂ ਨਾ 'ਤੇ ਸੰਗਤ ਚੜ੍ਹ ਕੇ ਉੱਪਰ ਆਈ ਹੈ ਨਾ, ਉਹ ਪੌੜੀਆਂ ਨੂੰ ਉਸ ਕੱਪੜੇ ਨਾਲ ਸਾਫ਼ ਕਰ। ਜਿਹੜੀ ਮਿੱਟੀ ਹੈਗੀ ਉਹ ਉਸ ਪਲੇਟ 'ਚ ਪਾਈ ਜਾ, ਸਾਰੀਆਂ ਪੌੜੀਆਂ ਸਾਫ਼ ਕਰ ਲਓ। ਉਹ ਜਿਹੜੀ ਮਿੱਟੀ ਹੋਈ ਚਰਨ ਧੂੜ ਹੋਵੇਗੀ ਉਹਨੂੰ ਕਰ ਲੈ ਜੀ। ਗੜਵੀ 'ਚ ਪਾਣੀ ਪਾਈ, ਉਹ ਚਰਨ ਧੂੜ ਉਹਦੇ ਵਿੱਚ ਪਾ ਦੇ, ਸੈਰਤ ਪਈ ਰਹਿਣ ਦੀ ਢੱਕ ਦੇ ਉੱਤੋਂ। ਸਵੇਰੇ ਤੁਸੀਂ ਜਿਹੜਾ ਹੈ ਉਹ ਪਾਣੀ ਜਿਹੜਾ ਹੈ ਉਹ ਤੋਂ ਨਿਤਾਰ ਲਓ। ਚਰਨ ਧੂੜ ਭਾਵੇਂ ਹੇਠਾਂ ਰਹੇ, ਤੁਹਾਡੇ ਤੋਂ ਪਹਿਲੇ ਉਸ ਰੱਪੀ ਨਹੀਂ ਹੁਣ ਮਿੱਟੀ, ਪਰ ਉਹ ਤੋਂ ਪਾਣੀ ਨਿਤਾਰ ਕੇ ਤੁਸੀਂ ਮੀਆਂ ਬੀਬੀ ਨੇ ਅੱਧਾ ਅੱਧਾ ਪੀਣਾ। ਰੋਜ਼ ਇਸ ਤਰ੍ਹਾਂ ਕਰਨਾ, 40 ਦਿਨ ਕਰਨਾ। ਸੰਗਤ ਰੋਜ਼ ਹੀ ਗੁਰਦੁਆਰੇ ਆਉਂਦੀ ਹੈ। ਕੋਈ ਵਾਰੀ ਗੁਰੂ ਵਾਹਿ ਕਿਰਪਾ ਕਰ ਤੁਹਾਡੇ ਘਰ ਪੁੱਤਰ ਹੋ ਗਿਆ, ਸਾਲ ਬਾਅਦ ਪੁੱਤਰ ਹੋ ਗਿਆ। ਅਤੇ ਜੋ ਜੀ ਕਿਸੇ ਨੂੰ ਕਹੋ ਤਰਕਵਾਦੀ, ਲੈ ਮਿੱਟੀ ਵਾਲਾ ਪਾਣੀ ਪਿਲਾਉਂਦੇ ਨੇ। ਕਿਉਂਕਿ ਧਰਮ ਨਾ ਤਰਕ 'ਤੇ ਨਹੀਂ ਖੜ੍ਹਾ, ਧਰਮ ਸ਼ਰਧਾ 'ਤੇ ਖੜ੍ਹਾ। ਜੇ ਸ਼ਰਧਾ ਹੈ ਤਾਂ ਸਭ ਕੁਛ ਹੈ, ਜੇ ਨਹੀਂ ਤਾਂ ਫਿਰ ਕੁਛ ਵੀ ਨਹੀਂ, ਕੁਛ ਵੀ ਨਹੀਂ। ਪਹਿਲਾਂ ਗੁਰਦੇ ਅੱਗੇ ਖੇਲ ਹੁੰਦੇ ਸੀ, ਹੁਣ ਵੀ ਖੇਲ ਜਿਸ ਪੈਰ ਧੋਂਦੇ ਸਨ। ਹੁਣ ਤਾਂ ਪਾਣੀ ਠੰਡਾ ਹੋਣ ਕਰਕੇ ਉਹ ਚੱਲਦਾ ਰਹਿੰਦਾ ਲਗਾਤਾਰ, ਵੀ ਮੈਲਾ ਨਾ ਹੋਵੇ ਬਹੁਤਾ। ਖੇਲ ਪਈ ਜਾਂਦਾ, ਟੂਟੀ ਅੱਗੇ ਅੱਗੇ ਜਾਈ ਜਾਂਦਾ। ਹੁਣ ਉਹਨਾਂ ਨੇ ਪਹਿਲਾਂ ਹੀ ਤਾਂ ਖੇਲ ਭਰ ਲੈਂਦੇ ਹੁੰਦੇ ਸਨ, ਅਤੇ ਜਿਹੜਾ ਉਹਦਾ ਪੈਰ ਡਬੋ ਕੇ ਫਿਰ ਅੰਦਰ ਗੁਰਦੁਆਰੇ ਚਲਾ ਜਾਂਦਾ ਸੀ। ਇਸ ਤਰ੍ਹਾਂ ਹੀ ਇੱਕ ਗੁਰਸਿੱਖ ਪਰਿਵਾਰ ਦਾ ਬੱਚਾ ਛੋਟਾ ਜਿਹਾ ਸੀ, ਬਹੁਤ ਛੋਟਾ, ਬਿਮਾਰ ਹੋ ਗਿਆ, ਠੀਕ ਨਹੀਂ ਹੋ ਰਿਹਾ। ਇੱਕ ਮਹਾਂਪੁਰਖਾਂ ਕੋਲ ਚਲੇ ਗਏ, ਉਹਨਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹੇ ਸੀ। ਕਹਿੰਦੇ ਇਸ ਤਰ੍ਹਾਂ ਕਰੋ, ਕਾਹਦੇ ਲੈ ਕੇ ਜੀ? ਮੋਟਰਸਾਈਕਲ 'ਤੇ ਆਏ। ਅੱਛਾ, ਬੱਚਾ ਅਤੇ ਬੱਚੇ ਦੀ ਮਾਂ ਤਾਂ ਇੱਥੇ ਹੀ ਬਹਿ ਜਾਓ, ਬੱਚਾ ਸਾਂਭ ਕੇ ਰੱਖੇ। ਬੱਚੇ ਦੇ ਪਿਤਾ ਨੂੰ ਕਹਿੰਦੇ ਤੂੰ ਐਂ ਕਰ ਪਈ, ਉਹ ਫਲਾਣਾ ਗੁਰਦੁਆਰਾ ਹੈ ਨਾ? ਕਹਿੰਦੇ ਹਾਂ ਹੈ ਜੀ। ਉੱਥੇ ਜਿਹੜੀ ਖੇਲ ਹੈ ਜਿਸ 'ਚ ਸੰਗਤ ਪੈਰ ਧੋਂਦੀ ਹੈ, ਉਹ ਬਹੁਤ ਥੋੜ੍ਹਾ ਪਾਣੀ ਹੈ। ਉਹ ਬਹੁਤ ਥੋੜ੍ਹਾ ਪਾਣੀ ਹੈ, ਐਵੇਂ 2-4 ਘੋਟੀ ਹੋ ਦਿਸ ਰਿਹਾ ਇੱਥੇ। ਰੁਮਾਲ ਲੈ ਜਾ, ਰੁਮਾਲ ਲੈ ਜਾ। ਇਹ ਉਸ ਪਾਣੀ ਡਬੋ ਲਿਆ, ਫਿਰ ਉਹਨੇ ਇਕੱਠਾ ਕਰਕੇ ਲਿਆ, ਸੁੱਕ ਨਾ ਜਾਏ ਰਾਹ 'ਚ ਰੁਮਾਲ। ਇਹ ਨਾ ਹਵਾ 'ਚ ਰਾਹ 'ਚ ਹੀ ਸੁੱਕ ਜੇ। ਕਿਸੇ ਕਾਗਜ਼ ਕਾਸੇ 'ਚ ਉਹ ਰੁਮਾਲ ਤੋਂ ਲਪੇਟ ਲੈਣਾ, ਗਿੱਲਾ ਗਿੱਲਾ, ਨਿਚੋੜਦਾ ਨਹੀਂ ਗਿੱਲਾ, ਇੱਥੇ ਪਹੁੰਚ ਜਾ। ਉਹ ਆ ਗਿਆ, ਮਹਾਂਪੁਰਖ ਰੁਮਾਲ ਫੜਿਆ, ਇੱਕ ਤੁਪਕਾ ਬੱਚੇ ਦੇ ਮੂੰਹ 'ਚ ਚੋਇਆ, ਬਸ ਬੱਚਾ ਠੀਕ ਹੋਣਾ ਸ਼ੁਰੂ। ਕਹਿੰਦੇ ਇਹ ਇੱਥੇ ਵੈਸੇ ਬੈਠੇ ਰਹੋ। ਘੰਟੇ ਬਾਅਦ ਇੱਕ ਤੁਪਕਾ ਪਾਈ ਜਾਣਾ, 4-5 ਵਾਰੀ ਤੋਂ ਗਏ ਪਾਏ, ਬੱਚਾ ਠੀਕ ਹੋ ਗਿਆ, ਲੈ ਜਾ ਹੁਣ ਠੀਕ ਹੋ ਗਿਆ। ਇਹ ਚਰਨ ਧੂੜ ਦੀ ਹੈ।
ਐਸੀ ਗੱਲ ਨਹੀਂ ਹੈਗੀ। ਪਰ ਜਿਹੜੇ ਦੂਜੀ ਤਰ੍ਹਾਂ ਲੋਕ ਨੇ ਕਹਿੰਦੇ ਕਿਆ ਹੈ, ਉੱਥੇ ਲੋਕ ਨਹਾਈ ਜਾਂਦੇ ਨੇ ਸਰੋਵਰ 'ਚ, ਉਸ 'ਚ ਲੋਕ ਚੁਲੀਆਂ ਭਰੀ ਜਾਂਦੇ ਨੇ। ਇਹ ਤਾਂ ਗੰਦਾ ਹੋ ਗਿਆ। ਉਸੇ ਸਰੋਵਰ 'ਚ ਸੈਂਕੜੇ ਲੋਕ ਨਹਾ ਰਹੇ ਨੇ, ਉੱਥੇ ਚੁਲੀਆਂ ਭਰ ਰਹੇ ਨੇ। ਜੇ ਤਾਂ ਤਰਕ ਹੈ ਫਿਰ ਤਾਂ ਬਿਲਕੁਲ ਠੀਕ ਹੈ, ਬਾਕੀ ਗੰਦਾ ਪਾਣੀ ਮੈਂ ਨਹਾ ਲਿਆ ਅਤੇ ਉਸੇ ਪਾਣੀ ਕੋਈ ਚੁਲੀ ਭਰ ਰਿਹਾ ਤਾਂ ਹੈ ਤਾਂ ਗੰਦਾ। ਪਰ ਧਰਮ ਇੱਕ ਹੋਰ ਚੀਜ਼ ਹੈ, ਸਾਇੰਸ ਇੱਕ ਹੋਰ ਚੀਜ਼ ਹੈ। ਸਾਇੰਸ ਸ਼ਰਧਾ 'ਤੇ ਨਹੀਂ ਖੜੀ, ਉਹ ਤਾਂ ਸ਼ਰਧਾ ਤਾਂ ਸਾਇੰਸ ਚੱਲ ਹੀ ਨਹੀਂ ਸਕਦੀ, ਉਹਦੇ ਤਰਕ 'ਤੇ ਖੜੀ ਹੈ। ਸ਼ਰਧਾ 'ਤੇ ਕਹਿੰਦੇ ਆ, ਟੀਚਰ ਨੇ ਕਿਹਾ ਧਰਤੀ ਘੁੰਮਦੀ ਹੈ, ਬੱਚੇ ਨੇ ਕਿਹਾ ਧਰਤੀ ਘੁੰਮਦੀ ਹੈ, ਗੱਲ ਖਤਮ ਹੋ ਗਈ। ਇਹ ਤਾਂ ਸ਼ਰਧਾ ਹੈ ਵੀ ਬੱਚੇ ਦੀ ਟੀਚਰ 'ਚ ਸ਼ਰਧਾ ਹੈ ਵੀ ਟੀਚਰ ਜੋ ਕਹਿ ਰਿਹਾ ਠੀਕ ਕਹਿ ਰਿਹਾ। ਸਾਇੰਸ ਵਾਲਾ ਕਹਿੰਦਾ ਕੀ ਸਬੂਤ ਹੈ ਧਰਤੀ ਘੁੰਮਦੀ ਹੈ, ਸਾਇੰਸ ਵਾਲੇ ਕੋਲ ਕੀ ਸਬੂਤ ਹੈ ਧਰਤੀ ਘੁੰਮਦੀ ਹੈ, ਉਹੀ ਕਹੇ ਧਰਤੀ ਘੁੰਮਦੀ ਹੈ ਜੀ। ਸੋ ਇਸ ਲਈ ਸਾਇੰਸ ਵਾਲੇ ਇਸ ਲਈ ਰੱਬ ਨੂੰ ਨਹੀਂ ਮੰਨਦੇ। ਰੱਬ ਦਿਸੇ ਨਾ, ਰੱਬ ਤਾਂ ਐ ਨਾ ਹੋਵੇ। ਜੇ ਰੱਬ ਹੋਵੇ ਤਾਂ ਦੱਸਣ ਨਾ ਸੰਤ ਇਹੋ ਜਿਹੇ ਕਿਸੇ ਨੇ ਅੱਜ ਤੱਕ ਨਹੀਂ ਦੱਸਿਆ, ਕਿਸੇ ਪੀਰ ਪੈਗੰਬਰ ਸਾਧੂ ਸੰਤ ਅਵਤਾਰ ਗੁਰੂ ਨੇ ਵੀ ਰੱਬ ਕਿਹੋ ਜਿਹਾ ਜੀ ਦੱਸੇ, ਕਿਉਂਕਿ ਕਹਿੰਦੇ ਹੈ ਹੀ ਨਹੀਂ ਦੱਸਣ ਕੀ। ਸੋ ਆਪਾਂ ਇਹਨਾਂ ਗੱਲਾਂ 'ਚ ਨਹੀਂ ਪੈਣਾ ਹੈ। ਗੱਲ ਸ਼ਰਧਾ ਭਾਵਨਾ ਦੀ ਹੈ। ਜੇ ਸ਼ਰਧਾ ਭਾਵਨਾ ਹੈ ਫਿਰ ਸਭ ਕੁਛ ਹੈ। ਜੇ ਸ਼ਰਧਾ ਭਾਵਨਾ ਨਹੀਂ ਹੈ ਤਾਂ ਜਿਹੜੇ ਵਿਦਵਾਨਾਂ ਤੈਨੂੰ ਗੱਲਾਂ ਸੁਣਾਈਆਂ ਉਹ ਬਸ ਨਹੀਂ ਹਨ, ਐਵੇਂ ਹੀ ਨਾ। ਸੋ ਗੁਰੂ ਮਹਾਰਾਜ ਕਹਿੰਦੇ ਪਾਰ ਬ੍ਰਹਮ ਮੋਹਿ ਕਿਰਪਾ ਕੀਜੈ, ਹੈ ਪ੍ਰਮਾਤਮਾ ਮੇਰੇ 'ਤੇ ਕਿਰਪਾ ਕਰੋ, ਧੂਰ ਸੰਤਨ ਕੀ ਨਾਨਕ ਦੀਜੈ, ਮੈਨੂੰ ਤਾਂ ਸੰਤਾਂ ਦੇ ਚਰਨ ਧੂੜ ਬਖਸ਼ੋ। ਜੇ ਬੜੇ ਸਾਲਾਂ ਦੀ ਗੱਲ ਹੈ, ਉਦੋਂ ਅਜੇ ਮੈਨੂੰ ਮਹਾਂਪੁਰਖਾਂ ਨੇ ਬਖਸ਼ਿਸ਼ ਨਹੀਂ ਸੀ ਕੀਤੀ ਹੈ। ਉਦੋਂ ਪਹਿਲਾਂ ਸਾਡੀ ਕਲੋਨੀ ਦਾ ਇੱਕ ਬੰਦਾ ਬਿਜਲੀ ਬੋਰਡ 'ਚ ਸੀ, ਉਹਨੂੰ ਹੋ ਗਿਆ ਡਿਪਰੈਸ਼ਨ। ਉਹ ਜਾਈ ਨਾ ਡਿਊਟੀ 'ਤੇ, ਮਹੀਨਾ 2 ਮਹੀਨੇ ਪਿਆ ਘਰ। ਮੈਂ ਕੁਦੇ ਉਹਨਾਂ ਦੇ ਗੁਆਂਢ 'ਚ ਗਿਆ, ਉਹ ਕਹਿੰਦੇ ਵੀ ਪ੍ਰੋਗਰਾਮ ਤਾਂ ਬਸ ਸਾਡੇ ਘਰ ਚਰਨ ਪਾਇਓ ਜੀ। ਮੈਂ ਹੱਸਦਾ ਨਾ, ਮੈਂ ਭਾਈ ਮੇਰੇ ਚਰਨ ਚੁਰਨ ਕੋਈ ਨਹੀਂ, ਅਜੇ ਪੈਰ ਹੀ ਨੇ। ਚਲੋ ਸ਼ਰਧਾ ਭਾਵਨਾ ਆਪਣੀ ਹੁੰਦੀ ਹੈ। ਰੋਟੀ ਖਾਧੀ, ਉਹ ਬੀਬੀ ਮੈਨੂੰ ਕਰ ਲੈ ਗਈ। ਮੈਂ ਦੇਖਿਆ ਉਹਦਾ ਘਰ ਵਾਲਾ ਤਾਂ ਮੰਜੇ 'ਤੇ ਪਿਆ। ਮੈਂ ਚਿਹਰੇ ਦੇ ਅਤੇ ਗਲਵੇ ਲੱਛਣ ਦੇਖੇ ਵੀ ਇਹਨੂੰ ਡਿਪਰੈਸ਼ਨ ਹੋ ਗਿਆ ਹੈ। ਮੈਂ ਬੀਬੀ ਇਸ ਤਰ੍ਹਾਂ ਕਰਨਾ, ਤੁਸੀਂ ਦੋ ਨਾਲ ਕੋਲ ਦੁਕਾਨਾਂ ਨੇ, ਉੱਥੋਂ 8ਵੇਂ ਪਾਤਸ਼ਾਹ ਦੀ ਇੱਕ ਫੋਟੋ ਲੈ ਆਉਣੀ ਜਿਸ 'ਤੇ ਲਿਖਿਆ ਹੋਵੇ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜੇ। ਇਹ ਲੈ ਆਉਣੀ, ਛੋਟੀ ਲੈ ਵੱਡੀ ਲੈ ਤੁਹਾਡੀ ਆਪਣੀ ਮਰਜ਼ੀ ਹੈ। ਇੱਕ ਕੱਪੜਾ ਚੌੜਾ ਕਰਕੇ, ਜਿਵੇਂ ਆਸਣ ਬਣਾਈਦਾ ਆਪਾਂ, ਉਹ ਕੱਪੜਾ ਚੌੜਾ ਕਰਕੇ ਕੰਧ ਦੇ ਨਾਲ ਉਹ ਵਿਛਾ ਦੇਣਾ। ਉਹਦੇ ਉੱਤੇ 8ਵੇਂ ਪਾਤਸ਼ਾਹ ਦੀ ਕੰਧ ਦੇ ਨਾਲ ਢੋਲਾ ਦੀ ਫੋਟੋ ਰੱਖ ਲੈਣੀ ਹੈ। ਅੱਗੇ ਉਹਨਾਂ ਦੇ ਇੱਕ ਕੌਲੀ ਤੁਸੀਂ ਪਾਣੀ ਰੱਖ ਲੈਣਾ। 8ਵੇਂ ਪਾਤਸ਼ਾਹ ਦੀ ਫੋਟੋ 'ਤੇ ਲਿਖਿਆ ਹੈ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜੈ, ਲਿਖਿਆ। ਬਸ ਆਹੀ ਪੜ੍ਹੀ ਜਾਣੇ 1 ਘੰਟਾ। ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। 1 ਘੰਟਾ ਇਸ ਤਰ੍ਹਾਂ ਸਿਮਰਨ ਕਰਕੇ ਫਿਰ 8ਵੇਂ ਪਾਤਸ਼ਾਹ ਨੂੰ ਬੇਨਤੀ ਕਰਨੀ ਹੈ, ਸੱਚੇ ਪਾਤਸ਼ਾਹ ਮੇਰੇ ਘਰ ਵਾਲ ਤੰਦਰੁਸਤੀ ਬਖਸ਼ੋ, ਡਿਊਟੀ 'ਤੇ ਜਾਣ ਲੱਗ ਜਾਣ। ਇੱਕ ਉਹਨਾਂ ਨੂੰ ਜਲ ਪਿਲਾ ਦੇਣਾ। 40 ਦਿਨ ਤੁਸੀਂ ਇਸ ਤਰ੍ਹਾਂ ਕਰੋ। ਕਿਉਂ ਮੈਂ ਕਿਹਾ ਹਰ ਘਰ ਯਾਰ 10ਵੇਂ ਪਾਤਸ਼ਾਹ ਨੇ ਕਿਹਾ ਨਾ, ਜਿਹੜੀ ਅਰਦਾਸ ਦੀ ਪਹਿਲੀ ਪੰਕਤੀ ਹੈ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ, ਇੱਥੋਂ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਹੈ। ਅੱਗੇ ਆਪਾਂ ਕਿ 10ਵੇਂ ਪਾਤਸ਼ਾਹ ਜੋ ਵੀ ਕਹਿੰਦੇ ਨੇ, ਉਹ ਬਾਅਦ 'ਚ ਸਿੱਖ ਸੰਗਤ ਨੇ ਅੱਗੇ ਅਰਦਾਸ ਬਣਾਈ ਹੋਈ ਹੈ। ਮੈਂ ਵੀ ਗੁਰੂ ਤੇਗ ਬਹਾਦਰ ਮਹਾਰਾਜ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਵੀ ਐਵੇਂ ਤਾਂ ਨਹੀਂ ਕਹਿੰਦੇ, ਅਸੀਂ ਤੁਸੀਂ ਕਹੀਏ ਹੋਰ ਗੱਲ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਹੋਇਆ ਵੀ ਤਜਰਬਾ ਤੇ ਕਰਕੇ ਦੇਖੀਏ। ਮੈਂ ਤਾਂ ਤੁਹਾਨੂੰ ਵੀ ਤਜਰਬਾ ਕਰਨ 'ਚ ਕੀ ਹਰਜ ਹੈ। ਤੁਸੀਂ
ਹੈਰਾਨ ਹੋ ਜਾਓਗੇ। ਤੇ ਘਰ ਵਾਲੀ ਵੀ ਹੈਰਾਨ ਹੋ ਗਈ। 41 ਦਿਨ ਆਪ ਹੀ ਉੱਠ ਕੇ ਡਿਊਟੀ 'ਤੇ ਚਲਿਆ ਗਿਆ, ਡਿਊਟੀ 'ਤੇ ਚਲਿਆ ਗਿਆ। ਉਹਦਾ ਐਸਾ ਨਿਸ਼ਚੈ ਘਰ ਵਾਲੀ ਦਾ ਬੱਝਾ, ਕਹਿ ਜੀ ਮੈਂ ਫਿਰ ਹਮੇਸ਼ਾ ਕਰ ਸਕਦੇ ਹੋ ਜੀ, ਇਸ ਕਿਹੜੀ ਗੱਲ, ਤੁਹਾਡੀ ਮਰਜ਼ੀ ਕਰੀ ਜਾਓ, ਪਰਿਵਾਰ ਦੇ ਜੀਆਂ ਨੂੰ ਜਲ ਪਿਲਾ ਦਿਆ ਕਰੋ। ਹੁਣ ਦੇਖੋ, ਗੁਰ ਤੇਗ ਬਹਾਦਰ ਸਿਮਰਿਆ ਕਰ ਨੌ ਨਿਧਾ ਵੈ ਧਾਏ, ਫੋਟੋ ਰੱਖ ਲਓਗੇ। ਗੁਰ ਤੇਗ ਬਹਾਦਰ ਸਿਮਰਿਆ ਕਰ ਨੌ ਨਿਧਾ ਵੈ ਧਾਏ, ਗੁਰ ਤੇਗ ਬਹਾਦਰ ਸਿਮਰਿਆ ਕਰ ਨੌ ਨਿਧਾ ਵੈ ਧਾਏ। ਤੁਸੀਂ ਅਮੀਰ ਹੋਣਾ ਸ਼ੁਰੂ ਹੋ ਜਾਓਗੇ, ਜਿਹਦੀ ਮਰਜ਼ੀ ਕਰ ਲਓ ਤਜਰਬਾ। ਮੈਂ ਤਜਰਬੇ ਕਰ ਕਰਕੇ ਫਿਰ ਆਪ ਜੀ ਨਾਲੋਂ ਸਾਂਝੇ ਕਰਦਾ। ਨਿਰ ਪੜ੍ਹੇ ਹੋਏ ਕੋਈ ਪੜ੍ਹੇ ਹੋਏ ਸਾਂਝੇ ਕਰਦਾ, ਕੁਛ ਇਸ ਤਰ੍ਹਾਂ ਮੈਂ ਪ੍ਰੈਕਟੀਕਲ ਕਰਕੇ ਦੇਖੇ ਨੇ। ਉਹ ਤੋਂ ਬਾਅਦ ਤਾਂ ਚਲੋ ਮੈਨੂੰ ਫਿਰ ਉਹਨਾਂ ਨੇ ਬਖਸ਼ਿਸ਼ ਹੀ ਕਰਤੀ, ਗੱਲ ਹੀ ਨਿਬੜ ਗਈ। ਸੋ ਇਸ ਲਈ ਇੱਕ ਵਾਰੀ ਮੈਂ ਗੁਰੂ ਤੇਗ ਬਹਾਦਰ ਮਹਾਰਾਜ ਬਾਰੇ ਪੜ੍ਹ ਰਿਹਾ ਸੀ, ਉਹ 'ਚ ਲਿਖਿਆ ਸੀ ਵੀ ਮੱਧ ਪ੍ਰਦੇਸ਼ ਦਾ ਇੱਕ ਸ਼ਹਿਰ ਹੈ ਉਜੈਨ, ਉੱਥੋਂ ਦੀ ਸੰਗਤ ਆਈ। ਉਹਨਾਂ 'ਚ ਇੱਕ ਦੁਕਾਨਦਾਰ ਸੀ ਭਾਈ ਬਿਸ਼ੰਬਰ ਦਾਸ, ਉਹ ਵੀ ਆਇਆ। 2-3 ਮਹੀਨੇ ਉਹਨਾਂ ਨੇ ਸੇਵਾ ਕੀਤੀ ਅਨੰਦਪੁਰ ਸਾਹਿਬ ਰਹਿ ਕੇ। ਕਿਉਂ? ਪਹਿਲਾਂ ਆਵਾਜਾਈ ਦੇ ਸਾਧਨ ਕੋਈ ਨਹੀਂ ਸਨ, ਔਰ ਕਦੇ ਪਤਾ ਨਹੀਂ ਫਿਰ ਆ ਹੋਣਾ ਕਿ ਨਹੀਂ ਆ ਹੋਣਾ। ਐਡੀ ਦੂਰੋਂ ਚੱਲ ਕੇ 2-3 ਮਹੀਨੇ ਸੇਵਾ ਕਰ ਜੀ। ਜਦੋਂ ਜਾਣ ਲੱਗੇ ਸੰਗਤ ਗੁਰੂ ਮਹਾਰਾਜ ਨੂੰ ਮਿਲੇ। ਗੁਰੂ ਮਹਾਰਾਜ ਕਹਿੰਦੇ ਭਾਈ ਕਿਸੇ ਨੂੰ ਕੋਈ ਪੁੱਛਣਾ ਤਾਂ ਪੁੱਛ ਲਓ। ਉਹ ਖੜਾ ਹੋ ਗਿਆ ਬਿਸ਼ੰਬਰ ਦਾਸ, ਕਹੇ ਜੀ ਮੈਂ ਦੁਕਾਨਦਾਰ ਹਾਂ, ਪਰ ਦੁਕਾਨ ਚੱਲਦੀ ਨਹੀਂ, ਆਮਦਨ ਕੋਈ ਨਹੀਂ। ਕਹਿੰਦੇ ਭਾਈ ਤੈਨੂੰ ਜਪਜੀ ਸਾਹਿਬ ਦਾ ਪਾਠ ਹੁੰਦਾ? ਕਹਿੰਦਾ ਹਾਂ ਆਉਂਦਾ ਜੀ। ਤੈਨੂੰ ਭਾਈ ਜਿਹੜੇ 40 ਪੌੜੀਆਂ ਨਾਲ ਸਾਹਿਬ ਦੇ ਪਾਠ ਕਰਨਾ ਦੇ ਗੁਟਕੇ ਤੋਂ ਵੇਖਦਾ? ਆਉਂਦਾ ਜੀ। ਕਹਿੰਦੇ ਇਸ ਤਰ੍ਹਾਂ ਕਰੀ, ਘਰ ਜਾ ਕੇ ਨਾ ਇੱਕ ਲੱਕੜ ਦੀ ਚੌਂਕੀ ਬਣਾ ਲੈਣੀ ਹੈ, ਇੱਕ ਚਿੱਟਾ ਕੱਪੜਾ ਉਸ 'ਤੇ ਵਿਛਾ ਲੈਣਾ, ਸਾਫ ਸੁਥਰਾ ਕੱਪੜਾ। ਫਿਰ ਘਰ ਦੇ ਜੀਆਂ ਜੋ ਕਿ ਦੇਗ ਬਣਾਉਣੀ, ਉਨੀ ਕੁ ਦੇਗ ਬਣਾਉਣੀ ਜਿਹਨੇ ਘਰ ਦੇ ਜੀ ਨੇ। ਉਹ ਦੇਗ ਬਾਹਰ ਕਿਸੇ ਨੂੰ ਨਹੀਂ ਦੇਣੀ ਹੈਗੀ। ਦੇਗ ਬਣਾ ਕੇ ਉਹਨੂੰ ਉੱਤੇ ਰੱਖ ਲੈਣਾ, ਉਸ ਚੌਕੀ 'ਤੇ। ਦੇਗ ਨੂੰ ਨੰਗਿਆ ਰਹਿਣ ਦੇਣਾ ਹੈ, ਆਪ ਚੌਂਕੀ ਦੇ ਕੋਲ ਚੌਂਕੜੀ ਮਾਰ ਕੇ ਬਹਿ, ਚਾਹੇ ਤੂੰ ਆ ਕੱਪੜਾ ਬੜਾ ਵਿਛਾ ਲਿਆ, ਆਪਣਾ ਭਾਈ ਸੌਖਾ ਰਹੇਗਾ ਤੈਨੂੰ ਪੈਣਾ। ਦੇਗ ਨੂੰ ਨਾ ਗੁਰੂ ਮਹਾਰਾਜ ਸਮਝਣੇ, ਗੁਰੂ ਨਾਨਕ ਐਂ ਸਮਝੇ ਗੁਰੂ ਨਾਨਕ ਬੈਠਾ ਵੀ, ਦੇਗ ਨਹੀਂ, ਇਹ ਗੁਰੂ ਨਾਨਕ ਦੇਵ ਜੀ ਨੇ। ਦੇਗ ਨੂੰ ਤੂੰ ਜਪਜੀ ਸਾਹਿਬ ਦਾ ਸਾਰਾ ਪਾਠ ਸੁਣਾਉਣਾ, ਦੇਗ ਨੂੰ ਤੂੰ ਆਨੰਦ ਸਾਹਿਬ ਦੀ 40 ਪੌੜੀ ਸੁਣਾਉਣੀ। ਉਸ ਤੋਂ ਬਾਅਦ ਖੜ੍ਹੇ ਹੋ ਕੇ ਅਰਦਾਸ ਕਰਨੀ, ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਮੇਰੀ ਦੁਕਾਨਦਾਰੀ ਵਧੀਆ ਚੱਲੇ ਅਤੇ ਇਹ ਭੋਗ ਲਾਓ ਪ੍ਰਸ਼ਾਦ ਨੂੰ। ਬਸ ਇਹਨਾਂ ਕਹਿ ਕੇ ਤੂੰ ਬਾਕੀ ਪਰਿਵਾਰ ਸਾਰਾ ਉਸ ਦੇਗ ਨੂੰ ਛਕ ਲਓ। ਰੋਜ਼ ਇਸ ਤਰ੍ਹਾਂ ਕਰਨਾ, 40 ਦਿਨ ਕਰਨਾ ਭਾਈ, ਤੇਰੀ ਦੁਕਾਨਦਾਰੀ ਚੱਲ ਪਏਗੀ। ਅਤੇ ਇੱਕ ਦਿਨ ਆਇਆ, ਉਹ ਐਨ ਸਾਰੇ ਸ਼ਹਿਰ ਦਾ ਸੇਠ ਬਿਸ਼ੰਬਰ ਦਾਸ ਕਰਕੇ ਪ੍ਰਸਿੱਧ ਹੋ ਗਿਆ। ਲਓ ਜੀ, ਇਹ ਪੜ੍ਹਿਆ ਸੀ। ਮੇਰੇ ਕੋਲ 21 B ਵਾਲਿਆਂ ਦਾ ਚਾਚਾ, 21 B ਵਾਲੇ ਨਾਲ ਚਾਚਾ ਵੀ ਆਇਆ, ਬੜੇ ਸਾਲ ਪਹਿਲਾਂ ਦੀ ਗੱਲ ਹੈ। 21 ਸਾਲ ਤਾਂ ਮੈਨੂੰ ਰਿਟਾਇਰ ਹੋ ਗਏ, ਉਦੋਂ ਪਹਿਲਾਂ ਦੀ ਗੱਲ। ਉਹਨੇ ਮੋਬਾਈਲਾਂ ਦੀ ਦੁਕਾਨ ਸੀ, ਉਹ ਚੱਲੇ ਨਾ ਬਹੁਤੀ। ਮੈਂ ਯਾਰ ਆ ਜਿਹੜਾ ਪੜ੍ਹਿਆ ਨਾ ਗੁਰੂ ਤੇਗ ਬਹਾਦਰ ਵਾਲਾ, ਇਹਨਾਂ ਤਜਰਬਾ ਕਰਕੇ ਵੇਖਦੇ ਹਾਂ। ਮੈਂ ਉਸੇ ਤਰ੍ਹਾਂ ਸਮਝਾਤਾ ਵੀ ਕੋਈ ਚੌਕੀ ਲੈ, ਕਹਿੰਦੇ ਹੈਗੀ ਸੀ, ਚਲੋ ਮੈਂ ਚੌਕੀ ਲੈ ਲਓ, ਉਹ 'ਤੇ ਕੱਪੜਾ ਸਾਫ ਸੁਥਰਾ ਵਿਛਾ ਲਿਓ, ਉਸ ਤਰ੍ਹਾਂ ਦੇਗ ਬਣਾ ਕੇ ਰੱਖ ਲਿਓ। ਦੇਗ ਨੂੰ ਤੁਸੀਂ ਜਪਜੀ ਸਾਹਿਬ 'ਤੇ 40 ਪੌੜੀ ਆਨੰਦ ਸਾਹਿਬ ਦੀ ਸੁਣਾਉਣੀਆਂ ਨੇ। ਅਤੇ ਫਿਰ ਅਰਦਾਸ ਸੱਚੇ ਪਾਤਸ਼ਾਹ ਦੀ ਦੁਕਾਨਦਾਰੀ ਵਧੀਆ ਚੱਲੇ, ਉਹ ਤੁਸੀਂ ਚੱਕ ਲੈਣਾ। 40 ਦਿਨ ਕੀਤਾ, ਲੱਗ ਹੀ ਚੱਲਣ ਜੀ। ਮੈਂ ਇਹਨੂੰ ਥੋੜ੍ਹੇ ਹੋਰ ਕੁਝ ਸਮਾਂ ਜਾਰੀ ਰੱਖੋ। ਇਹ ਇੱਕ ਦੁਕਾਨ ਤੋਂ 2 ਦੁਕਾਨਾਂ ਹੋ ਗਈਆਂ। ਇੱਕ ਉਹਨਾਂ ਤ੍ਰਿਪੜੀ 'ਚ ਦੁਕਾਨ ਰਹਿਣ ਤੇ, ਇੱਕ ਆ ਜਿਹੜਾ ਤੁਹਾਡੇ ਵਾਲੇ ਪਾਸੇ ਜਿਹੜਾ ਸਾਰਾ ਬਾਜ਼ਾਰ ਹੈ, ਉੱਥੇ ਜਾ ਕੇ ਦੁਕਾਨ ਖੋਲ੍ਹ ਲਈ। 2 ਪੁੱਤਰ ਸਨ, ਇੱਕ ਨੂੰ ਇੱਥੇ ਬਿਠਾ ਦਿੱਤਾ ਦੁਕਾਨ 'ਤੇ, ਇੱਕ ਨੂੰ ਉੱਥੇ ਬਿਠਾ ਦਿੱਤਾ। ਬਾਪ ਜਿਹੜਾ ਸੀ ਦਿੱਲੀੋਂ ਸਮਾਨ ਲਿਆਉਂਦਾ ਸੀ ਮੋਬਾਈਲ ਦਾ। ਇਸ ਵੇਲੇ ਉਹ 22 ਨੰਬਰ ਫਾਟਕ ਦੀ ਬੜਾ ਵੱਡੀ ਉਹਨਾਂ ਦੀ ਦੁਕਾਨ ਹੈ ਮੋਬਾਈਲਾਂ ਦੀ। ਇੱਕ ਪਹਿਲੀ ਮੰਜ਼ਿਲ, ਦੂਸਰੀ ਮੰਜ਼ਿਲ, ਤੀਸਰੀ ਮੰਜ਼ਿਲ, 3 ਮੰਜ਼ਿਲਾਂ 'ਚ ਚੜ੍ਹਦੇ ਗਏ। ਸੋ ਤਾਂ ਮੈਂ ਕਹਿਣਾ ਇਹ ਬਾਣੀ ਹੈ,
ਇਹ ਬਹੁਤ ਸ਼ਕਤੀਸ਼ਾਲੀ ਹੈ। ਕਾਹਨੂੰ ਦੁਖੀ ਹੋਈ ਜਾਂਦੇ ਹੋ? ਇਹਦਾ ਲਾਭ ਉਠਾਓ। ਗੁਰੂ ਮਹਾਰਾਜ ਸਾਡੇ 'ਤੇ ਬੜੀ ਵੱਡੀ ਮਿਹਰਬਾਨੀ ਕੀਤੀ ਹੋਈ। ਇਹ ਬਾਣੀ ਸਾਨੂੰ ਦਿੱਤੀ ਹੈ, ਰੱਬੀ ਬਾਣੀ ਦਿੱਤੀ ਹੈ। ਮੈਂ ਤਾਂ ਵਿੱਚੋਂ ਘਟਨਾਵਾਂ ਸੁਣਾਉਂਦਾ ਰਹਿਣਾ। ਸਾਡੇ ਨਾਲ ਸਿੱਧੀਆਂ ਸੰਬੰਧਿਤ ਨੇ ਆਪਣੇ ਨਾਲ, ਵੀ ਸ਼ਾਇਦ ਕੋਈ ਦਾ ਪ੍ਰੇਰਨਾ ਲੈ ਕੇ ਲੱਗ ਜਾਏ, ਉਹਦਾ ਵੀ ਭਲਾ ਹੋ ਜਾਏ। ਆਰ ਕਿਆ ਬਾਣੀ ਹੈ, ਕੋਈ ਐਵੇਂ ਤਾਂ ਹੈ ਨਹੀਂ ਵੀ ਕਵਿਤਾ ਕੋਈ ਜੋੜੀ ਹੋਈ ਹੈ ਜੀ। ਇਹ ਰੱਬੀ ਬਾਣੀ ਹੈ, ਇਸ ਦਾ ਫਾਇਦਾ ਉਠਾਉਣਾ ਹੈ। ਫਾਇਦਾ ਉਠਾਓ ਇਸ ਦਾ। ਆ ਜਿਹੜੇ ਤਾਂ ਚਲੀਹੇ ਦਿੱਤੇ ਬਾਣੀ 'ਚ ਦਿੱਤੇ ਜਾਂਦੇ ਨੇ। 5 ਸਾਲ ਤੋਂ ਸ਼ੁਰੂ ਕੀਤਾ ਜੀ, 21 16 ਸਾਲ ਹੋ ਗਏ ਨੇ। 16 ਸਾਲ ਸੈਂਕੜੇ ਲੋਕ ਲਾਭ ਉਠਾ ਗਏ। ਕੋਈ ਟੈਲੀਫੋਨ ਦੇ, ਕਿੱਥੇ ਦਿੱਲੀ ਹੈ, ਕਿੱਥੇ ਫੋਰਨ ਕੰਟਰੀ ਨੇ, ਨਾ ਮੈਨੂੰ ਵੇਖਿਆ, ਨਾ ਮੈਂ ਉਹਨਾਂ ਨੂੰ ਵੇਖਿਆ। ਕਿੱਥੋਂ ਬੋਲੇ? ਦਿੱਲੀ ਤੋਂ ਬੋਲ ਰਿਹਾ ਜੀ, ਫਲਾਣੇ ਤੋਂ ਸਾਨੂੰ ਨੰਬਰ ਮਿਲਿਆ ਸੀ ਜੀ। ਕਿਸੇ ਇੱਕ ਨੇ ਕੋਈ ਇੱਕ ਇੱਥੇ ਅਰਦਾਸ ਕਰਾਉਣ ਆਇਆ ਹੋਣਾ ਦਿੱਲੀ ਦਾ, ਉਹਦਾ ਕੰਮ ਹੋ ਗਿਆ, ਅੱਗੇ ਅੱਗੇ ਦੱਸੀ, ਅੱਗੇ ਅੱਗੇ ਪਤਾ ਨਹੀਂ ਕਿੰਨੇ ਦਿੱਲੀ ਵਾਲੇ ਦੇ ਆਉਂਦੇ ਰਹਿੰਦੇ ਨੇ ਜੀ, ਅਰਦਾਸਾਂ ਕਰਾਉਂਦੇ ਰਹਿੰਦੇ। ਚਲੋ ਭਲਾ ਹੋ ਰਿਹਾ, ਕਿਸੇ ਦਾ ਭਲਾ ਹੋ ਰਿਹਾ, ਪੁੰਨ ਕਰਮ ਵੀ। ਸੋ ਭਾਈ ਬਾਣੀ ਪੜ੍ਹਿਆ ਕਰੋ, ਇਹਦਾ ਲਾਭ ਉਠਾਓ। ਐਵੇਂ ਸਮਾਂ ਆਪਾਂ ਨੇ ਖਰਾਬ ਨਹੀਂ ਆਪਣਾ ਕਰਨਾ। ਬਾਣੀ ਪੜ੍ਹੋ, ਸਿਮਰਨ ਕਰੋ, ਫਾਇਦਾ ਹੀ ਫਾਇਦਾ ਹੈ। ਸੋ ਅੱਗੇ ਗੁਰੂ ਮਹਾਰਾਜ ਕਹਿੰਦੇ, ਗੌੜੀ ਗਵਾਰੇਰੀ ਮਹਿਲਾ ਪੰਜਵਾਂ। ਤੂੰ ਮੇਰਾ ਸਖਾ, ਤੂੰ ਹੀ ਮੇਰਾ ਮੀਤ, ਤੂੰ ਮੇਰਾ ਪ੍ਰੀਤਮ, ਤੁਮ ਸੰਗ ਹੀਤ। हे परमात्मा, तू मेरा सखा है, मित्र है, साथी है। सखा साथी ने जिवें आपां कहने क्लास फैलो, फैलो नूं सखा किया होया। क्लास दे विच पढ़न वाला क्लास दा क्लास मेट भी कहते हैं ते कई क्लास फैलो कहते, एक गल वो सखा है। तू मेरा सखा है, तू ही मेरा मीत, तू मेरा मित्र है। तू मेरा प्रीतम, तू मेरा प्यारा है, तुम संग हीत। तेरे नाल ही मेरा प्यार है। हीत मैंने प्यार, हित जिन्हों कहने। कविता जोड़ लिख के सिहारी नूं प्यारी बनाना पैंदा है। हित, हितू, हीत, तेरे नाल मेरा प्यार है। तू मेरी पत, तू है मेरा गहना। हे परमात्मा, तू ही मेरी इज्जत है, तू ही मेरा गहना, सुंदरता है। ਗਹਿਣੇ ਕਿਉਂ ਆਪਾਂ ਪਾਉਂਦੇ ਵੀ ਹੋਰ ਸੁੰਦਰ ਲੱਗੀਏ। ਸੁੰਦਰਤਾ ਨੂੰ ਵਧਾਉਣ ਲਈ ਅਸੀਂ ਗਹਿਣੇ ਪਾਉਂਦੇ, ਪਰ ਇਹ 'ਚ ਕੋਈ ਸ਼ੱਕ ਨਹੀਂ, ਇਹ 'ਚ ਕੋਈ ਸ਼ੱਕ ਨਹੀਂ। ਸੁੰਦਰ ਗਹਿਣੇ ਜਿਹੜੇ ਨੇ ਇਹ ਸੁੰਦਰਤਾ ਵਧਾਉਂਦੇ ਨੇ। ਜੇ ਕਿਤੇ ਸੁੰਦਰ ਬੰਦਾ, ਹਾਲਾਂਕਿ ਕਹਿੰਦੇ ਨੇ ਵੀ ਸੋਨੇ ਨੂੰ ਗਹਿਣਿਆਂ ਦੀ ਲੋੜ ਨਹੀਂ, ਪਰ ਨਹੀਂ, ਮੈਂ ਕਾਲਿਆਂ ਤੇ ਗੋਰਿਆਂ ਨੂੰ ਵੀ ਗਹਿਣੇ ਪਾਏ ਦੇਖੇ ਨੇ। ਗੋਰਾ ਜੇ ਗਹਿਣੇ ਪਾਉਂਦੇ ਨਾ, ਆਹ ਕਿਆ ਚੰਨ ਦੀ ਚਾਨਣੀ ਵਾਂਗੂ ਚਮਕਦਾ। ਗੋਰੇ ਨੂੰ ਤਾਂ ਬਹੁਤ ਹੀ ਸੋਹਣੇ ਗਹਿਣੇ ਲੱਗਦੇ ਨੇ। ਗਹਿਣੇ ਬੀਬੀਆਂ ਸੁੰਦਰਤਾ ਪਾਉਂਦੀਆਂ। ਔਰਤਾਂ ਦਾ ਗਹਿਣਾ ਵੀ ਗਹਿਣਾ ਇੱਕ, ਇਹ ਵੀ ਇੱਕ ਗਹਿਣਾ ਬੜਾ ਕੀਮਤੀ ਚੀਜ਼ ਤਾਂ ਪਾਉਂਦੇ, ਸਦੀਆਂ ਤੋਂ ਪਾਉਂਦੇ ਨੇ। ਹਾਲਾਂਕਿ ਅੰਮ੍ਰਿਤ ਛਕ ਲਿਆ ਮਾਤਾ ਗੁਜਰੀ ਜੀ ਨੇ, ਇਸ ਦੇ ਬਾਵਜੂਦ ਵੀ ਜਿਹੜੇ ਵੱਡੇ ਵੱਡੇ ਸਿੱਖ ਸਨ, ਕੋਈ ਸੁਨਿਆਰ ਸਨ, ਉਹਨਾਂ 'ਚੋਂ ਉਹ ਕੋਈ ਕੜਾ, ਕੋਈ ਹਾਰ, ਕੋਈ ਬਣਾ ਤਿਆਰ ਕਰਕੇ ਲਿਆ ਕਰਦੇ ਸਨ। ਕਾਫੀ ਸਾਰੇ ਗਹਿਣੇ ਮਾਤਾ ਗੁਜਰ ਕੌਰ ਜੀ ਕੋਲ ਹੋ ਗਏ ਹਨ, ਇਹਨੇ ਹੋ ਗਏ। ਹੁਣ ਜਦੋਂ ਅਨੰਦਪੁਰ ਸਾਹਿਬ ਛੱਡਣਾ ਸੀ, ਉਹ ਗੁਰੂ ਮਹਾਰਾਜ ਕਹਿੰਦੇ ਸਾਰੇ ਸੁੱਟ ਦਿਓ ਜੀ, ਇਹ ਸਾਰੇ ਗਹਿਣੇ ਸੀ ਦਰਿਆ 'ਚ ਰੋੜ ਦਿਓ। ਉਹਨੇ ਨਹੀਂ ਰੋੜੇ ਅਤੇ ਨਤੀਜਾ ਜੇ ਗਹਿਣੇ ਸੀ ਚੰਦੂ ਨੂੰ, ਉਹਨੂੰ ਪਤਾ ਸੀ ਕਿਹੜਾ ਲੈ ਕੇ ਗਿਆ ਸੀ ਉਹਨੂੰ, ਗੰਗੂ। ਗੰਗੂ ਬ੍ਰਾਹਮਣ ਨੂੰ ਪਤਾ ਸੀ, ਕਿਉਂ ਮਾਤਾ ਜੀ ਨੇ ਅਸ਼ਰਫੀਆਂ ਕੱਢ ਕੇ ਦਿੱਤੀਆਂ ਉਸ ਮਲਾਹ ਨੂੰ, ਜਿਹਨੇ ਪਾਰ ਕਰਾਇਆ ਉਹਨਾਂ ਨੂੰ ਦਰਿਆ, ਔਰ ਜਿਨ੍ਹਾਂ ਨੇ ਰਾਤ ਰੱਖਿਆ ਉਹਨਾਂ ਨੂੰ। ਜਿਸ ਬੀਬੀ ਨੇ ਰੋਟੀ ਲਿਆ ਕੇ ਪਿੰਡ 'ਚ ਖਾਧੀ, ਉਹਨਾਂ ਨੂੰ ਜਦੋਂ ਦਿੱਤੇ ਸੋਨੇ ਦੇ ਗਹਿਣੇ, ਉਹ ਤਾਂ ਗੰਗੂ ਨੂੰ ਪਤਾ ਲੱਗ ਗਿਆ ਹੁਣ ਵੀ ਮਾਤਾ ਕੋਲ ਤਾਂ ਆ ਜਿਹੜੀ ਗਠੜੀ ਤਾਂ ਗਹਿਣੇ ਨੇ। ਉਹ ਮਨ ਜਿਹੜਾ ਹੈ ਉਹਦਾ ਹਰਾਮੀ ਹੋ ਗਿਆ, ਅਤੇ ਨਤੀਜਾ ਕੀ ਨਿਕਲਿਆ? ਇਹ ਕਿ ਜੇ ਕੱਖ ਹੁੰਦਾ ਹੀ ਕੋਈ ਨਾ ਕੋਲ,
ਤੇ ਕਦਾ ਹੋਣਾ ਸੀ ਭਾਈ, ਇਹ ਤਾਂ ਪਹਿਲੀ ਨੰਗ ਨੇ। ਦਸਮ ਪਾਤਸ਼ਾਹ ਨੇ ਕਿਹਾ ਵੀ ਮਾਤਾ ਜੀ ਇਹ ਕੀ ਕਹਿ ਚੱਕੀ ਫਿਰੋਗੇ ਨਾਲ, ਇਹ ਦਰਿਆ 'ਚ ਸੁੱਟ ਦਿਓ। ਪਰ ਮੈਂ ਦੇਖਿਆ ਨਹੀਂ, ਇਹ ਬੀਬੀਆਂ ਨੂੰ ਬਹੁਤ ਪਿਆਰੇ ਹੁੰਦੇ ਨੇ। ਪਾਕਿਸਤਾਨ ਵੀ ਜਦੋਂ ਛੱਡਿਆ ਤਾਂ ਜਿਹੜੇ ਗਹਿਣੇ ਸਨ ਕਿਸੇ ਕੋਲੇ, ਉਹ ਜਾਂ ਕੋਈ ਪੈਸਾ ਸੀ ਨਗਦ, ਪੈਸੇ ਤੇ ਗਹਿਣੇ ਲਿਆਂਦੇ, ਬਾਕੀ ਤਾਂ ਕੁਛ ਲਿਆ ਹੀ ਨਹੀਂ ਸਨ ਸਕੇ। ਕਈ ਵਿਚਾਰੇ ਰਾਜ ਲੁੱਟੇ ਗਏ, ਮਾਰੇ ਗਏ। ਰਾਜ 'ਚ ਗੱਡੀ ਲਾਹੌਰ ਅਜੇ ਗੱਡੀ ਖੜੀ ਹੈ, ਉਦੋਂ ਉੱਥੇ ਟੂਟੀਆਂ ਸਨ ਪਾਣੀ। ਪਿਤਾ ਜੀ ਭਰਾ ਨੂੰ ਕਹਿੰਦੇ ਵੀ ਜਾ ਪਾਣੀ, ਇਹ ਬਾਲਟੀ ਹੈ, ਇਹ ਉੱਥੇ ਟੂਟੀ ਭਰ ਲੈ, ਵੀ ਗੱਡੀ 'ਚ ਕੰਮ ਹੈ ਕਿ ਪਤਾ ਨਹੀਂ ਕਦੋਂ ਪਹੁੰਚਣੀ ਕਦੋਂ ਨਹੀਂ ਪਹੁੰਚਣੀ। ਜਦੋਂ ਹਿੰਦੁਸਤਾਨ ਨੂੰ ਆ ਰਹੇ ਸੀ, ਜਦੋਂ ਬ੍ਰਦਰ ਪਾਣੀ ਪਾ ਰਿਹਾ ਸੀ, ਇੱਕ ਲਿਆ ਬਰਛਾ ਲੱਗਾ ਮਾਰਨ ਮੁਸਲਮਾਨ, ਔਰ ਦੂਜਾ ਮੁਸਲਮਾਨ ਕਹਿੰਦਾ ਓਏ ਨਾ ਮਾਰੀਏ ਖਜ਼ਾਨ ਸਿੰਘ ਦਾ ਲੜਕੀ। ਉਹ ਪਿੱਛੇ ਹਟ ਗਿਆ, ਨਹੀਂ ਮਾਰਿਆ, ਭਰਾ ਬਾਲਟੀ ਉੱਥੇ ਹੀ ਛੱਡ ਕੇ ਭੱਜ ਕੇ ਗੱਡੀ ਚੜ੍ਹ ਗਿਆ ਵੀ ਦਫਾ ਹੁੰਦੀ, ਬਾਲਟੀ ਮਾਰ ਦੇਣ ਲੱਗੇ ਸੀ। ਸੋ ਬਹੁਤ ਸਾਰੇ ਲੋਕ ਇਸ ਤਰ੍ਹਾਂ ਮਾਰੇ ਗਏ, ਲੁੱਟੇ ਗਏ, ਪਰ ਜੋ ਬਚੇ ਉਹ ਆਪਣੇ ਨਾਲ ਜੋ ਗਹਿਣੇ ਸਨ ਗਹਿਣੇ ਲਾਏ। 2-4 ਪਿਤਾ ਜੀ ਕਹਿੰਦੇ ਵੀ ਜਦੋਂ ਅੰਮ੍ਰਿਤਸਰ ਅਸੀਂ ਪਹੁੰਚੇ ਹਾਂ, ਮੇਰੇ ਕੋਲ 1 ਰੁਪਈਆ 6 ਆਨੇ ਸਨ ਕੁੱਲ। 1 ਰੁਪਈਆ 6 ਆਨੇ ਕੁੱਲ ਸਨ, ਹੋਰ ਕੁਛ ਨਹੀਂ ਸੀ ਸਾਡੇ ਕੋਲ ਜਦੋਂ ਅਸੀਂ ਅੰਮ੍ਰਿਤਸਰ ਆ ਕੇ ਉਤਰੇ। ਅੱਗੇ ਫਿਰ ਲੰਮੀਆਂ ਕਹਾਣੀਆਂ ਨੇ, ਉਹਦੇ ਨਾਲ ਸੰਬੰਧ ਨਹੀਂ ਹੈ। ਸੋ ਗਹਿਣੇ ਤੋਂ ਗੱਲ ਚੱਲੀ ਸੀ। ਹੇ ਪਰਮਾਤਮਾ, ਤੂੰ ਹੀ ਮੇਰੀ ਇੱਜ਼ਤ ਹੈ, ਤੂੰ ਹੀ ਮੇਰਾ ਗਹਿਣਾ, ਤੁਝ ਬਿਨ ਨਿਮਖ ਨਾ ਜਾਈ ਰਹਿਣਾ। ਮੈਂ ਤੇਰੇ ਤੋਂ ਬਿਨਾਂ 1 ਸੈਕਿੰਡ ਵੀ ਨਹੀਂ ਰਹਿ ਸਕਦਾ। ਮੈਂ 1 ਸੈਕਿੰਡ ਵੀ, ਨਿਮਖ ਸੈਕਿੰਡ, ਮੈਂ 1 ਸੈਕਿੰਡ ਵੀ ਤੇਰੇ ਤੇ ਬਿਨਾਂ ਨਹੀਂ ਰਹਿ ਸਕਦਾ। ਤੂੰ ਮੇਰੇ ਲਾਲਣ, ਤੂੰ ਮੇਰੇ ਪ੍ਰਾਣ, ਲਾਲਣ ਮੈਨੇ ਪਿਆਰਾ, ਤੂੰ ਮੇਰਾ ਪਿਆਰਾ ਹੈ, ਤੂੰ ਮੇਰੀ ਜਿੰਦ ਜਾਨ ਹੈ, ਪ੍ਰਾਣ ਜਿੰਦ ਜਾਨ। ਇਹ ਪਰਮਾਤਮਾ ਤੂੰ ਮੇਰਾ ਪਿਆਰਾ ਹੈ, ਤੂੰ ਮੇਰੀ ਜਿੰਦ ਜਾਨ ਹੈ, ਤੂੰ ਮੇਰੇ ਸਾਹਿਬ, ਤੂੰ ਮੇਰੇ ਖਾਨ। ਖੱਖੇ ਦੇ ਪੈਰ ਬਿੰਦੀ ਲਾ ਕੇ ਬੋਲਣਾ। ਖਾਨ ਫਾਰਸੀ ਦਾ ਸ਼ਬਦ, ਇਹ ਵੀ ਇੱਕ ਪਦਵੀ ਹੈ। ਜਿਵੇਂ ਸਰਦਾਰ ਹੈ, ਇੱਕ ਤਾਂ ਆਪਾ ਹੋ ਗਏ, ਨਹੀਂ, ਇੱਕ ਸਰਦਾਰ ਪਦਵੀ ਵੀ ਹੈ। ਇਸ ਤਰ੍ਹਾਂ ਮੁਸਲਮਾਨ ਨੇ ਖਾਨ ਦੀ ਪਦਵੀ, ਔਰ ਜੀ ਖਾਨ ਸਾਹਿਬ। ਪਹਿਲਾਂ ਅੰਗਰੇਜ਼ਾਂ ਦੇ ਸਮੇਂ ਸਰਦਾਰ ਦਾ ਖਿਤਾਬ ਦਿੱਤਾ ਜਾਂਦਾ ਸੀ, ਸਰਦਾਰਾਂ ਨੂੰ ਵੀ ਸਰਦਾਰ ਦਾ ਖਿਤਾਬ ਦਿੱਤਾ ਜਾਂਦਾ ਸੀ। ਹਾਂ, ਸਭ ਤੋਂ ਪਹਿਲਾਂ ਆਈਏ ਸਭ ਤੋਂ ਪਹਿਲਾਂ ਕਿਹੜਾ ਸੀ ਉਹ? ਹਾਂਜੀ, ਹਾਂ, ਕਪੂਰ ਸੀ। ਉਹਨੂੰ ਸਰਦਾਰ ਦਾ ਖਿਤਾਬ ਮਿਲਿਆ ਹੋਇਆ ਸੀ। ਸਿਰਫ ਪਹਿਲਾ ਸਿੱਖ ਸੀ, ਉਹ ਬੜਾ ਹੀ ਕੁਆਲੀਫਾਈਡ ਬੰਦਾ ਸੀ, ਬਹੁਤ ਇੰਟੈਲੀਜੈਂਟ ਬੰਦਾ ਸੀ। ਖੈਰ, ਕਿਆ ਤੂੰ ਮੇਰਾ ਸਾਹਿਬ ਹੈ, ਤੂੰ ਮੇਰਾ ਮਾਲਕ ਹੈ, ਤੂੰ ਮੇਰਾ ਖਾਨ ਹੈ। ਰਹਾਓ ਜਿਉਂ ਤੁਮ ਰੱਖੋ ਤੇ ਵਹੀ ਰਹਿਣ। ਜਿਸ ਅਵਸਥਾ ਤੁਸੀਂ ਮੈਨੂੰ ਰੱਖਦੇ ਹੋ, ਮੈਂ ਉਸੇ ਅਵਸਥਾ 'ਚ ਰਹਿ ਰਿਹਾ। ਮੈਂ ਇਹ ਨਹੀਂ ਕਹਿੰਦਾ ਹੈ ਪਰ ਮੈਨੂੰ ਇਸ ਤਰ੍ਹਾਂ ਰੱਖ, ਜਿਵੇਂ ਤੂੰ ਰੱਖਣਾ ਚਾਹੇ ਉਵੇਂ ਤੂੰ ਮੈਨੂੰ ਰੱਖ। ਬਸ ਜੋ ਤੁਮ ਕਹੋ ਸੋਈ ਮੋਹਿ ਕਰਨਾ। ਹੈ ਪਰ ਜੋ ਤੁਸੀਂ ਮੈਨੂੰ ਕਹੋਗੇ ਮੈਂ ਤਾਂ ਉਹੀ ਕਰਨਾ। ਮੈਂ ਆਪਣੀ ਮਰਜ਼ੀ ਤੇ ਕਰਨੀ ਕੋਈ ਨਹੀਂ, ਮੈਂ ਆਪਣੀ ਮਰਜ਼ੀ ਨਹੀਂ ਕਰਨੀ, ਜੋ ਤੁਸੀਂ ਕਹੋਗੇ ਉਹ ਕਰਾਂਗੇ। ਜੇ ਕਿਤੇ ਸਾਡੇ 'ਚ ਕੋਈ ਅਜਿਹਾ ਕਰਨ ਲੱਗ ਜੇ ਤਾਂ ਛੇਤੀ ਹੀ ਰੱਬ ਮਿਲ ਸਕਦਾ ਹੈ। ਜਿਵੇਂ ਬਾਣੀ ਕਹਿੰਦੀ ਉਵੇਂ ਕਰੋ। ਉਹ ਇਹ ਤਾਂ ਕੋਈ ਲੱਖਾਂ ਕਰੋੜਾਂ 'ਚ ਇੱਕ ਅੱਧਾ ਹੋਊਗਾ ਵੀ ਜਿਵੇਂ ਬਾਣੀ ਕਹਿੰਦੀ ਉਵੇਂ ਕਰੋ। ਕਰਦੇ ਤੁਹਾਡਾ ਡੰਡਾ ਡੇਰਾ ਚੁਕਾ ਦੇਣਾ। ਮੈਂ ਆਪਣਾ ਬੋਰੀ ਬਿਸਤਰਾ ਗੋਲ ਕੇ ਤੁਰਦਾ ਬਣ ਕਰੋ, ਕਿਸੇ ਕੰਮ ਦਾ ਨਹੀਂ ਤੁਰਿਆ। ਜੋ ਤੁਮ ਕਹੋ ਸੋਈ ਮੋਹਿ ਕਰਨਾ। ਹੇ ਪਰ ਜੋ ਤੁਸੀਂ ਮੈਨੂੰ ਕਹੋਗੇ ਮੈਂ ਤਾਂ ਉਹੀ ਕਰਾਂਗਾ। ਜਹ ਪੇਖੋਂ ਤਹਾਂ ਤੁਮ ਬਸਨਾ। ਹੇ ਪਰਮਾਤਮਾ, ਜਿੱਥੇ ਵੇਖਦੇ ਉੱਥੇ ਵਸਦੇ, ਕਿਉਂਕਿ ਪਰਮਾਤਮਾ ਸਭ ਥਾਂ 'ਤੇ ਹੈ। ਪਰਮਾਤਮਾ ਸਰਬ ਵਿਆਪਕ ਹੈ, ਉਹ ਸਰਬ ਵਿਆਪਕ ਹੈ। ਉਹ ਅੰਗਰੇਜ਼ੀ ਕੇ ਓਮਨੀਸੀਐਂਟ, ਓਮਨੀ ਪੋਟੈਂਟ,
ਇੱਕ ਹੁੰਦਾ ਓਮ ਨਹੀਂ, ਹਾਂ ਪ੍ਰੈਜ਼ੈਂਟ, ਵੀ ਤੂੰ ਸਭ ਥਾਂ 'ਤੇ ਹਾਜ਼ਰ ਹੈ, ਤੂੰ ਸਰਵ ਸ਼ਕਤੀਮਾਨ ਹੈ, ਤੂੰ ਅੰਤਰਜਾਮੀ ਹੈ। ਜਿਹੇ ਪੇਖੋਂ ਤਹਾਂ ਤੋਂ ਬਸੋ, ਜਿਹੇ ਮੈਨੇ ਜਿੱਥੇ ਪੇਖੋਂ ਵੇਖਦਾ ਤਹਾਂ ਉੱਥੇ ਬਸਣਾ, ਤੁਸੀਂ ਵਸਦੇ ਹੋ। ਮੈਂ ਜਿੱਥੇ ਵੇਖਦਾ ਤੁਸੀਂ ਉੱਥੇ ਹੀ ਵਸਦੇ ਹੋ। ਨਿਰਭਉ ਨਾਮ ਜਪੂੰ ਤੇਰਾ ਰਸਨਾ, ਹੇ ਨਿਰਭਉ ਪਰਮਾਤਮਾ ਮੈਂ ਆਪਣੀ ਰਸਨਾ ਤੇਰਾ ਨਾਮ ਜਪਦਾ ਹਾਂ। ਤੇ ਗੁਰਬਾਣੀ ਨਿਰਭਉ ਜਪੈ ਸਗਲ ਭਉ ਮਿਟੈ, ਕਿਉਂ ਜੈਸਾ ਸੇਵੈ ਤੈਸੋ ਹੋਵੇ। ਜਿਹੋ ਜਿਹੇ ਦਾ ਤੁਸੀਂ ਸਿਮਰਨ ਕਰੋਗੇ ਸਮਾਂ ਪਾ ਕੇ ਉਹੋ ਜਿਹੇ ਹੋ ਜਾਵੋਗੇ। ਪਰਮਾਤਮਾ ਨਿਰਭਉ ਹੈ, ਬੰਦਾ ਸਮਾਂ ਪਾ ਕੇ ਨਿਰਭਉ ਹੋ ਜਾਂਦਾ। ਪਰਮਾਤਮਾ ਨਿਰਵੈਰ ਹੈ, ਨਾਮ ਜਪਣਾ ਹੌਲੀ ਹੌਲੀ ਨਿਰਵੈਰ ਹੋ ਜਾਏ, ਕਿਸੇ ਨੇ ਵੈਰ ਵਿਰੋਧ ਰੱਖਦੇ ਹੀ ਨਹੀਂ ਹੈਗੇ। ਜੋ ਪਰਮਾਤਮਾ ਵਾਲੇ ਗੁਣ ਨੇ, ਪਰਮਾਤਮਾ ਮਿੱਠ ਬੋਲੜਾ ਹੈ, ਮਿੱਠ ਬੋਲੜਾ ਜੀ ਸੱਜਣ ਸੁਆਮੀ ਮੋਰਾ, ਬੰਦਾ ਹੌਲੀ ਹੌਲੀ ਮਿੱਠ ਬੋਲੜਾ ਹੋ ਜਾਂਦਾ। ਕਈ ਮਹਿਕਮੇ ਨੇ ਉਹ ਰਿਟਾਇਰ ਭਾਵੇਂ ਹੋ ਜਾਣ, ਪਰ ਜੋ ਗੱਲਾਂ ਕਦੇ ਗਾਲਾਂ ਕੱਢਦੇ ਰਹਿੰਦੇ ਪੁੱਛੋ। ਆ ਪੁਲਿਸ ਡਿਪਾਰਟਮੈਂਟ ਨੇ ਤਾਂ ਕੰਮ ਹੀ ਸਾਰੀ ਉਮਰ ਗਾਲਾਂ ਕੱਢੀ ਜਾਣਾ ਹੁੰਦਾ, ਚੋਰ ਕਿਉਂ ਭੈੜਿਆਂ ਨਾਲ ਵਾਹ ਪੈਣਾ, ਇਹਨਾਂ ਦਾ ਵਾਹ ਹੀ ਭੈੜਿਆਂ ਨਾਲ ਪੈਣਾ। ਮੈਂ ਕਹਿੰਦਾ ਧੰਨ ਪੁਲਿਸ ਵਾਲੇ ਅਤੇ ਧੰਨ ਡਾਕਟਰ ਨੇ। ਡਾਕਟਰ ਕੋਲ ਵੱਡੇ ਟੁਕੇ ਰੋਂਦੇ ਆਉਂਦੇ ਨੇ, ਕੋਈ ਹੱਸਦਾ ਤਾਂ ਆਉਂਦਾ ਕੋਈ ਨਹੀਂ ਹੈ। ਸਾਰੀ ਉਮਰ ਉਹਨਾਂ ਚੀਰ ਫਾੜ ਜੀ ਕਰੀ ਨੇ ਹਜੇ ਕੰਮ ਕਰ, ਨਾ ਉਹਨਾਂ ਕੋਲ ਕੋਈ ਚੱਜ ਦਾ ਆਉਂਦਾ ਅਤੇ ਨਾ ਪੁਲਿਸ ਵਾਲਿਆਂ ਕੋਲ ਕੋਈ ਚੱਜ ਦਾ ਆਉਂਦਾ। ਅਤੇ ਜੇ ਕੋਈ ਚੱਜ ਦਾ ਆ ਜਾਂਦਾ ਉਹਦੀ ਉਂਝ ਛਿੱਲ ਲਾ ਲਈਦੇ ਨੇ, ਉਹਨੂੰ ਪੁੱਛਦੇ ਕੋਈ ਨਹੀਂ। ਸਾਊ ਦੀ ਤਾਂ ਪੁੱਛ ਹੀ ਕੋਈ ਨਹੀਂ। ਸਾਊ ਨੂੰ ਕਦੇ ਥਾਣੇ ਜਾਣਾ ਹੀ ਨਹੀਂ ਚਾਹੀਦਾ। ਨਾਲੇ ਤੇ ਤਾਂ ਪੈਸੇ ਲੈ ਲੈਣੇ, ਨਾਲੇ ਤੇਰਾ ਕੰਮ ਨਹੀਂ ਕਰਨਾ। ਕਿਉਂ? ਉਹ ਦੂਜੇ ਗੁੰਡੇ ਟਾਈਪ ਲੋਕ ਨੇ। ਇਹ ਤਾਂ ਗੁੰਡਿਆਂ ਦੇ ਅਤੇ ਪੋਲੀਟੀਕਲ ਬੰਦਿਆਂ ਦੇ ਬੰਦੇ ਹੈਗੇ। ਪ੍ਰੋਫੈਸਰ ਸਾਹਿਬ ਵਾਈਸ ਪ੍ਰਿੰਸੀਪਲ ਦੇਖੋ ਬਿਕਰਮ ਕਾਲਜ ਦੇ, ਉਹਨਾਂ ਦਾ ਲੜਕਾ ਅਮਰੀਕਾ ਰਹਿੰਦਾ ਸੀ। ਇੱਕ ਵੱਡਾ ਅਫਸਰ ਦਿੱਲੀ ਦਾ, ਉਹਦਾ ਲੜਕਾ ਅਮਰੀਕਾ ਰਹਿੰਦਾ। ਉੱਥੇ ਬੱਚੇ ਆਪੇ ਤੂੰ ਮੈਂ ਹੋ ਗਏ। ਉਹਨੇ ਆਪ ਆਪਣੇ ਬਾਪ ਨੂੰ ਟੈਲੀਫੋਨ ਕਰਤਾ ਵੀ ਫਲਾਣੇ ਪ੍ਰੋਫੈਸਰ ਦਾ ਲੜਕਾ ਮੈਨੂੰ ਤੰਗ ਕਰਦਾ। ਹਾਲਾਂਕਿ ਲੜਕੇ ਨੇ ਆਪਣੇ ਬਾਪ ਨੂੰ ਦੱਸਿਆ ਪ੍ਰੋਫੈਸਰ ਵੀ ਉਹ ਫਲਾਣੇ ਆਪਣੀ ਅਫਸਰੀ ਦਾ ਬਾਪ ਅਫਸਰ ਹੈ, ਰੋਬ ਮੇਰੇ 'ਤੇ ਪੈਂਦਾ ਹੈ, ਅਵਾ ਤਵਾ ਮੈਨੂੰ ਬੋਲਦਾ ਹੈ। ਚਲੋ ਜੀ, ਥਾਣੇਦਾਰ ਨੇ ਟੈਲੀਫੋਨ ਕਰਤਾ ਵੀ ਤੁਹਾਡੇ ਬੱਚੇ ਵਿੱਚ ਸ਼ਿਕਾਇਤ ਆਈ ਹੈ, ਆ ਕੇ ਇੱਥੇ ਮਿਲੋ। ਉਹਨੇ ਤਾਂ ਮੈਨੂੰ ਟੈਲੀਫੋਨ ਆਇਆ, ਮੈਨੂੰ ਥਾਣੇ ਸੱਦੇ। ਮੈਂ ਇੱਕ ਟੁੱਟਿਆ ਜਿਹਾ ਜਥੇਦਾਰ ਲਿਆ। ਉਹ ਮੈਂ ਕਿਹਾ ਯਾਰ ਉਹ ਵਾਈਸ ਪ੍ਰਿੰਸੀਪਲ ਹੈ, ਗਜ਼ਟਡ ਅਫਸਰ ਹੈ, ਉਹ ਥਾਣੇਦਾਰ ਦਾ ਕਿਤੇ ਉਸ ਤੋਂ ਨੀਵੇਂ ਪਦਵੀ 'ਚ। ਅਤੇ ਉਹ ਕਹਿੰਦਾ ਮੈਂ ਇੱਥੇ ਆਓ ਥਾਣੇ ਜੀ, ਆ ਕੇ ਦੱਸੋ। ਕਹਿੰਦਾ ਲੈ ਮੈਂ ਹੁਣੇ ਹੀ ਕਹਿ ਦੇਣਾ। ਉਹਨੇ ਕਿਹਾ ਥਾਣੇਦਾਰ ਸਾਹਿਬ ਤੁਹਾਨੂੰ ਪਤਾ ਨਹੀਂ, ਉਹ ਵਾਈਸ ਪ੍ਰਿੰਸੀਪਲ ਨੇ, ਉਹਨਾਂ ਨੂੰ ਥੋੜ੍ਹਾ ਸੱਦੀ ਜਾਂਦਾ। ਉਹਨਾਂ ਕੋਈ ਕ੍ਰਾਈਮ ਕੀਤਾ, ਕੋਈ ਟੈਲੀਫੋਨ 'ਤੇ ਪੁੱਛ ਲਓ। ਕਹਿ ਚੰਗਾ ਜੀ। ਕਹਿ ਚਲੋ ਪ੍ਰੋਫੈਸਰ ਤੁਹਾਨੂੰ ਆਉਣ ਦੀ ਲੋੜ ਨਹੀਂ, ਟੈਲੀਫੋਨ 'ਤੇ ਦੱਸ ਦਿਓ। ਮੈਂ ਦੱਸ ਪ੍ਰੋਫੈਸਰ ਤੋਂ ਤਾਂ 10 ਪੜ੍ਹਿਆ ਹੋਇਆ ਜਥੇਦਾਰ ਹੀ ਵੱਡਾ। ਪੁਲਿਸ ਵਾਲੇ ਜਾਂ ਨਾ ਇਹ ਪੋਲੀਟੀਕਲ ਬੰਦਿਆਂ ਤੋਂ ਡਰਦੇ ਨੇ, ਅਤੇ ਜਾਂ ਉੱਪਰ ਵਾਲੇ ਪੁਲਿਸ ਵਾਲੇ ਤੋਂ ਡਰਦੇ ਨੇ, ਜਾਂ ਇਹ ਗੁੰਡਿਆਂ ਦੇ ਸਾਥੀ ਨੇ। ਸ਼ਰੀਫ ਨੂੰ ਤਾਂ ਜਾਣੇ ਨਹੀਂ ਚਾਹੀਦੇ, ਪੁੱਛ ਹੀ ਕੋਈ ਨਹੀਂ ਹੈਗੀ ਉੱਥੇ। ਮੈਂ ਸ਼ਰੀਫਾਂ ਨੂੰ ਕਹਿਣਾ ਤੁਸੀਂ ਮਤ ਲੜੋ ਓਏ, ਇਹਨਾਂ ਪੰਗਿਆਂ 'ਚ ਨਾ ਪਵੋ, ਤੁਹਾਡੀ ਪੁੱਛ ਹੀ ਕੋਈ ਨਹੀਂ। 3 ਬੰਦਿਆਂ ਦੀ ਪੁੱਛ ਹੈ ਸੰਸਾਰ 'ਚ, ਇੱਕ ਧਾਰਮਿਕ ਬੰਦੇ ਦੀ, ਇੱਕ ਪੋਲੀਟੀਕਲ ਬੰਦੇ ਦੀ, ਇੱਕ ਅਮੀਰ ਦੀ, ਔਰ ਤਿੰਨੋਂ ਆਪ 'ਚ ਰਲੇ ਹੋਏ ਨੇ। ਉੱਤੋਂ ਅੱਡ ਨੇ। ਦੇਖਣ ਨੂੰ ਅਮੀਰ ਅੱਡ ਹੈ, ਧਾਰਮਿਕ ਬੰਦਾ ਅੱਡ ਹੈ, ਪੋਲੀਟੀਕਲ ਬੰਦਾ ਅੱਡ ਹੈ, ਅੰਦਰ ਖਾਤੇ ਤਿੰਨੋਂ ਮਿਲੇ ਹੋਏ ਨੇ। ਤਿੰਨਾਂ ਦਾ ਇੱਕ ਦੂਜੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ। ਧਾਰਮਿਕ ਬੰਦੇ ਨੂੰ ਅਮੀਰ ਚਾਹੀਦੇ ਅੱਗੇ ਚੇਲੇ ਬਲ ਕੇ, ਤਾਂ ਹੀ ਕੋਈ 10,000 ਮੱਥਾ ਟੇਕਿਆ, ਕੋਈ ਲੱਖ ਮੱਥਾ ਟੇਕਿਆ। 5-5 2 ਨਾਲ ਉਹਨਾਂ ਦਾ ਕੀ ਬਣਦਾ ਹੈ। ਇੱਕ ਮਹਾਂਪੁਰਖ ਕਹਿੰਦੇ ਆਹ ਜਿੰਨਾ ਚੜਾਵਾ ਹੋਇਆ ਅੱਜ ਇਹਦੇ ਨਾਲ ਤਾਂ ਮੇਰੇ ਢੋਲਕੀ ਛਾਣੇ ਨਹੀਂ ਖਰੀਦੇ ਜਾਂਦੇ। ਵੀ ਤੂੰ 1-1 2 ਰੁਪਏ ਮੱਥਾ ਟੇਕਿਆ ਨਾ, ਮਤਲਬ ਮੇਰੇ ਢੋਲਕੀ ਛਾਣੇ ਨਹੀਂ ਆਉਣੇ। ਮੈਂ ਬੈਠਾ ਹੁੰਦੇ। ਮੈਂ ਜੀਵਨ ਦਾ ਉਦੇਸ਼ ਮਾਇਆ ਕਮਾਉਣੀ, ਬਸ ਢੋਲਕੀ ਛਾਣੇ ਨਾਲ ਕਮਾਈ ਜਾਂਦੇ, ਢੋਲਕੀ ਛਾਣੇ ਨਾਲ ਕਮਾ ਲਓ। ਪਾਠ ਕਰਕੇ ਕਮਾਦੀ ਪਾਠ ਨਾਲ ਕਮਾ ਲਓ, ਦੀਵਾਨ ਲੱਗਦੇ ਉਹਨਾਂ ਨਾਲ ਕਮਾ ਲਓ, ਕਥਾ ਨਾਲ ਮਾਇਆ ਮਿਲਦੀ ਕਥਾ ਨਾਲ। ਮੁੱਖ ਉਦੇਸ਼ ਮਾਇਆ ਰਹਿ ਗਈ। ਨਹੀਂ ਤਾਂ ਸੰਤਾਂ ਨੇ ਗੱਲ ਹੀ ਕਹਿਣ ਦੀ ਕੀ ਲੋੜ ਨਹੀਂ ਹੈਗੀ ਵੀ ਆ ਤੁਹਾਡੇ ਜਿਹੜੇ ਤੁਹਾਡਾ ਚੜਾਵਾ ਇਹਦੇ ਨਾਲ ਤਾਂ ਮੇਰੇ ਢੋਲਕੀ ਛਣੇ ਵੀ ਨਹੀਂ ਆਉਣੇ, ਵੀ
ਥੋੜ੍ਹਾ ਚੜਾਵਾ ਹੋਇਆ। ਸੋ ਇਸ ਲਈ ਆਮ ਬੰਦੇ ਦਾ ਪੁੱਛ ਹੀ ਕੋਈ ਨਹੀਂ ਹੈਗੀ। ਜਾਂ ਧਾਰਮਿਕ ਬੰਦਾ ਕੋਈ ਸਿਫਾਰਿਸ਼ ਲਾ ਦੇ, ਧਾਰਮਿਕ ਬੰਦਾ ਦੂਜਿਆਂ ਦੇ ਕੰਮ ਕਰਾ ਸਕਦਾ ਹੁੰਦਾ ਹੈ, ਕਿਸੇ ਫਸੇ ਨੂੰ ਵੀ ਛਡਾ ਸਕਦਾ ਹੁੰਦਾ ਹੈ, ਪਰ ਜੇ ਆਪ ਫਸ ਗਿਆ ਫਿਰ ਨਹੀਂ ਕੋਈ ਮਦਦ ਕਰਦਾ। ਧਾਰਮਿਕ ਬੰਦੇ ਨੂੰ ਮੈਂ ਕਿਹਾ ਮੇਰੇ ਕੋਲ ਆਉਂਦੇ ਰਹਿੰਦੇ, ਮੈਂ ਕਹਿੰਦਾ ਮੈਂ ਸੁਣੋ ਮੇਰੀ ਗੱਲ, ਕਿਸੇ ਦਾ ਕੰਮ ਹੈ ਤੁਸੀਂ ਕਰਵਾ ਸਕਦੇ ਨਾ, ਪੋਲੀਟੀਕਲ ਬੰਦਿਆਂ ਤੋਂ, ਪੁਲਿਸ ਵਾਲਿਆਂ ਤੋਂ ਵੀ। ਜਿੱਦੇ ਤੁਸੀਂ ਆ ਗਏ ਨਾ ਡਿੱਕੇ 'ਚ, ਖਤਮ ਕੰਮ, ਫਿਰ ਕਿਸੇ ਨੇ ਤੁਹਾਡੀ ਮਦਦ ਨਹੀਂ ਕਰਨੀ। ਕੋਈ ਧਾਰਮਿਕ ਬੰਦੇ ਦਾ ਸਾਰੇ ਸਤਿਕਾਰ ਕਰਦੇ, ਚਾਹੇ ਅਮੀਰ ਬੰਦਾ ਹੈ, ਚਾਹੇ ਪੋਲੀਟੀਕਲ ਬੰਦਾ ਹੈ, ਚਾਹੇ ਪੁਲਿਸ ਵਾਲਾ, ਐਸੀ ਗੱਲ ਨਹੀਂ ਹੈ। ਮੈਂ ਦੇਖਿਆ, ਮੈਂ ਤਜਰਬੇ ਕਰਕੇ ਵੇਖੇ। ਇੱਕ ਵਾਰੀ ਮੈਂ ਜਾ ਰਿਹਾ, ਗਲ 'ਚ ਮੇਰੇ ਕੱਪੜਾ ਪਾਇਆ ਹੋਇਆ, ਮੈਂ ਜਾ ਰਿਹਾ ਸਕੂਟਰ 'ਤੇ ਥੇੜੀ ਸਾਹਿਬ ਨੂੰ, ਜਿੱਥੇ ਹੁਣ ਰੇਲਵੇ ਫਾਟਕ, ਉੱਥੇ ਉੱਤੋਂ ਦਾ ਪੁਲ ਬਣ ਗਿਆ ਨਾ, ਇਹ ਫਾਟਕ ਮੈਂ ਕ੍ਰੋਸ ਕੀਤਾ, ਅੱਗੇ ਨਾਕਾ ਲੱਗਾ ਸੀ, ਇੱਕ ਪੁਲਿਸ ਵਾਲਾ ਮੈਨੂੰ ਰੋਕਿਆ, ਮੈਂ ਸਲੋ ਕਰ ਲਿਆ ਸਕੂਟਰ, ਰੁਕਣਾ ਵੀ ਰੋਕਿਆ। ਜਿਹੜਾ ਇੱਕ ਉਹਨਾਂ 'ਚ ਥੋੜ੍ਹੀ ਵੱਡੀ ਉਮਰ ਦਾ, ਉਹ ਕਹਿੰਦਾ ਮੂਰਖਾ ਬੰਦਾ, ਇੱਕ ਬੰਦਾ ਤੇ ਵੇਖ ਲਈਦਾ, ਤੈਨੂੰ ਨਹੀਂ ਪਤਾ ਗਲ 'ਚ ਕੱਪੜਾ ਪਾ ਰਿਹਾ ਕਿਤੇ ਪਾਠ ਕਰਨ ਚੱਲੇ ਹੋਣਗੇ, ਜਾਓ ਕਹਿੰਦੇ ਬਾਬਾ ਜਾਓ। ਐਂ ਮੈਂ ਮੂਣਕ ਵੱਲੋਂ ਉੱਧਰੋਂ ਆ ਰਿਹਾ ਸੀ, ਮੂਣਕ ਲੱਗਾ ਸੀ ਨਾਕਾ, ਅੱਗੇ ਮੇਰੀ ਕਾਰ ਸੀ, ਪਿੱਛੇ ਦੂਜਿਆਂ ਦੀ ਸੀ, ਇਸ ਤਰੀ ਗਲ 'ਚ ਪਾਇਆ ਹੋਇਆ ਸੀ, ਉੱਥੇ ਨਾਕਾ ਲੱਗਾ। ਇੱਕ ਮੁੰਡਾ ਪੁਲਿਸ ਵਾਲਾ ਸੀ, ਰੋਕੀ, ਕਾਰ ਰੋਕਣੀ ਸੀ, ਪੁਲਿਸ ਵਾਲਾ ਹੱਥ ਕੀਤਾ ਹੈਗਾ ਜੇ ਭਜਾਉਣਾ, ਫਿਰ ਕਿਤੇ ਗੜਬੜ ਹੈ, ਕੋਈ ਸਿਆਣਪ ਇਹੀ ਕਾਨੂੰਨ ਦੇ ਅਨੁਸਾਰ ਹੀ ਰਹਿਣਾ, ਮੈਂ ਰੋਕ ਲਈ। ਦੂਜਾ ਇੱਕ ਹੋਰ ਸੀ ਵੱਡੀ ਉਮਰ ਦਾ, ਉਹ ਕਹਿੰਦਾ ਉਹ ਮੂਰਖਾ ਤੈਨੂੰ ਪਤਾ ਨਹੀਂ ਵੀ ਗਲ 'ਚ ਕੱਪੜਾ ਪਾ ਕੇ ਰੱਖਿਆ ਹੋਇਆ। ਉਹਨਾਂ ਨੇ ਕਹਿੰਦਾ ਰੋਕੀ ਤਾਂ ਜਾਓ ਜੀ, ਕਹਿੰਦੇ ਬਾਬਾ ਜਾਓ ਜੀ, ਮੇਰੀ ਕਾਰ ਮੈਨੂੰ ਜਾਣਦਾ, ਮਗਲੇ ਦੋਨੋਂ ਕਹਿੰਦੇ ਚੈੱਕ ਕਰਾਓ ਜੀ ਆਪਣੇ ਕਾਗਜ਼। ਤਾਂ ਮੈਂ ਦੇਖਿਆ ਵੀ ਐਸੀ ਗੱਲ ਨਹੀਂ ਹੈਗੀ। ਉਹ ਗੁੰਡਿਆਂ ਨਾਲ ਉਹਨਾਂ ਦਾ ਹਰ ਵਕਤ ਵਾਹ ਪੈਣ ਕਰਕੇ ਪੁਲਿਸ ਉਹਦੇ ਹੌਲੀ ਸੁਭਾਅ ਹੀ ਉਹ ਜਾਂਦੇ, ਕਰੇ ਤਾਂ ਕਰੇ ਬੰਦਾ ਕੀ। ਇਹ ਨਹੀਂ ਹੈ ਕਿ ਉਹ ਦਿਲ ਦੇ ਮੁੰਜ ਮਾੜੇ ਨੇ ਜੇ ਨਹੀਂ, ਸਤਿਕਾਰ ਕਰਦੇ ਨੇ। ਧਾਰਮਿਕ ਬੰਦੇ ਦਾ ਪੁਲਿਸ ਵਾਲੇ ਵੀ ਸਤਿਕਾਰ ਕਰਦੇ ਨੇ, ਧਾਰਮਿਕ ਬੰਦੇ ਦਾ ਪੋਲੀਟੀਕਲ ਬੰਦੇ ਵਾਲੇ ਸਤਿਕਾਰ ਕਰਦੇ ਨੇ, ਧਾਰਮਿਕ ਬੰਦੇ ਦਾ ਅਮੀਰ ਲੋਕ ਵੀ ਸਤਿਕਾਰ ਕਰਦੇ। ਐਸੀ ਗੱਲ ਨਹੀਂ ਹੈ। ਆਪ ਹੀ ਅਸੀਂ ਆਪਣੀ ਖੇਡ ਗਵਾ ਲਈ, ਉਹ ਗੱਲ ਵੱਖਰੀ ਹੈ। ਧਾਰਮਿਕ ਬੰਦਾ ਆਪਣੀ ਖੇਡ ਆਪ ਹੀ ਗਵਾ ਲਵੇ ਤਾਂ ਫਿਰ ਤਾਂ ਕੁਛ ਨਹੀਂ ਹੋ ਸਕਦਾ। ਇਹ ਧਾਰਮਿਕ ਬੰਦੇ ਨੂੰ ਬੜਾ ਸਾਵਧਾਨ ਰਹਿਣਾ ਪੈਂਦਾ ਵੀ ਕਿਤੇ ਮੈਂ ਆਪਣੀ ਖੇਡ ਆਪ ਹੀ ਨਾ ਖਰਾਬ ਕਰ ਲਵਾਂ। ਗੁਰੂ ਮਹਾਰਾਜ ਕਿਰਪਾ ਕਰ। ਸੋ ਗੁਰੂ ਮਹਾਰਾਜ ਕਹਿੰਦੇ ਤੂੰ ਮੇਰੀ ਨਵਨਿਧ, ਤੂੰ ਭੰਡਾਰ, ਤੂੰ ਹੈ ਪਰਮਾਤਮਾ ਨਵਨਿਧ। ਸੰਸਾਰ ਦੇ ਹਿੰਦੂ ਗ੍ਰੰਥਾਂ ਦੇ ਵਿੱਚ ਸੰਸਾਰ ਦੇ 9 ਖਜ਼ਾਨੇ ਗਿਣੇ ਗਏ ਨੇ। ਜਿਹੜਾ ਕੁਬੇਰ ਹੈ ਉਹ ਮਾਇਆ ਦਾ, ਜਿਹੜਾ ਆਪਾਂ ਕਹਿੰਦੇ ਦੇਵਤਾ ਹੈ, ਹਾਂਜੀ ਹਾਂ, ਮਾਇਆ ਦਾ ਦੇਵਤਾ ਕੁਬੇਰ, ਸਾਰੇ ਉਹਦੇ ਅੰਡਰ ਹੈ। ਭਾਵ 9 ਖਜ਼ਾਨੇ ਸੰਸਾਰ ਦੇ ਗਿਣੇ ਗਏ ਨੇ, ਭਾਵ ਸੰਸਾਰ ਦੀ ਸਾਰੀ ਮਾਇਆ। ਹੇ ਪਰਮਾਤਮਾ ਤੂੰ ਮੇਰੇ 9 ਨਿਧੀਆਂ ਹੈ, ਤੂੰ ਮੇਰਾ ਭੰਡਾਰ ਹੈ। ਭੰਡਾਰ ਦੇ ਵਿੱਚ ਬਹੁਤ ਕੁਛ ਹੁੰਦਾ ਹੈ। ਪਾ ਤੂੰ ਮੇਰਾ ਸਾਰਾ ਕੁਛ ਹੈ, ਤੂੰ ਹੀ ਮੇਰਾ ਧਨ ਹੈ, ਤੂੰ ਹੀ ਮੇਰੀ ਦੌਲਤ ਹੈ। ਰੰਗ ਰਸਾ ਤੂੰ ਮਨੇ ਆਧਾਰ। ਜਿਵੇਂ ਅੱਜ ਇੱਕ ਆ ਗਿਆ, ਮੇਰਾ ਬਿਜ਼ਨਸ ਹੀ ਚੱਲਦਾ ਜੀ, ਕਮਾਈ 'ਚ ਵਾਧਾ ਹੋਵੇ। ਮੈਂ ਸੁਖਮਨੀ ਸਾਹਿਬ ਦੀ ਇੱਕ ਲਾਈਨ ਆਉਂਦੀ, ਪ੍ਰਭ ਕੈ ਸਿਮਰ ਰਿੱਧ ਸਿੱਧ ਨੌ ਨਿਧ ਆਉਂਦੀ ਹੈ, ਬਸ ਮੈਂ ਇਸੇ ਤਜਾਬ ਕਰੀ ਜਾਗਾ, ਤੇਰੀ ਕਮਾਈ 'ਚ ਵਾਧਾ ਹੋ ਜਾਏਗਾ। 40 ਦਿਨਾਂ ਬਾਅਦ ਆ ਕੇ ਮੈਨੂੰ ਦੱਸੋ, ਦੁਕਾਨ 'ਤੇ ਤਾਂ ਬੈਠਾ, ਜੋ ਵੀ ਕੰਮ ਕਰਦਾ ਬੈਠਾ, ਜੋ ਵਿਹਲਾ ਹੋਵੇ ਨਾ ਇਹਦਾ ਜਪ ਤੱਕ ਕਰਦੇ ਰਹੇਗਾ। ਜਦੋਂ ਕੋਈ ਗਾਹਕ ਉਹਨੂੰ ਅਟੈਂਡ ਕਰ ਲੈ, ਇਹਦੇ ਜਪ ਕਰਦੇ, ਪ੍ਰਭ ਕੈ ਸਿਮਰ ਰਿੱਧ ਸਿੱਧ ਨੌ ਨਿਧ, ਬਸ ਇੱਕੋ ਹੀ ਲਾਈਨ ਦਾ ਕਰਨਾ ਜਪ। ਕਿਉਂਕਿ ਮੇਰਾ ਆਪਣਾ ਤਜਰਬਾ ਹੈ, ਇੱਕ ਇੱਕ ਲਾਈਨ 'ਚ ਤਾਕਤ ਹੈ। ਸਾਰੇ ਗੁਰੂ ਗ੍ਰੰਥ ਦੇ ਗੱਲ ਹੀ ਛੱਡੋ। ਮੈਨੂੰ ਲਾਲ ਚੰਦ ਆ ਜਾਂਦਾ ਪਿਛੋਖੜੇ ਵਾਲਾ ਯਾਦ, ਪੰਡਤ ਕਹਿੰਦਾ ਸੱਚੇ ਪਾਤਸ਼ਾਹ ਜੇ ਤੁਹਾਡੀ ਸੋਟੀ 'ਚ ਇੰਨੀ ਤਾਕਤ ਹੈ ਵੀ ਇੱਕ ਗੂੰਗੇ ਨੂੰ, ਅਨਪੜ੍ਹ ਨੂੰ ਤੁਸੀਂ ਵਿਦਵਾਨ ਬਣਾਤਾ ਹੈ, ਉਹ ਸ਼ਲੋਕਾਂ ਦੇ ਅਰਥ ਕਰ ਰਹੇ ਸੰਸਕ੍ਰਿਤ ਦੇ, ਇੱਕ ਤੁਹਾਡੀ ਸੋਟੀ 'ਚ ਇੰਨੀ ਤਾਕਤ ਹੈ, ਤੁਹਾਡੇ ਪਤਾ ਨਹੀਂ ਕਿੰਨੀ ਕੁ ਹੋਵੇਗੀ, ਤੁਹਾਡੇ ਪਤਾ ਕਿੰਨੀ ਕੁ ਹੋਵੇਗੀ।
ਗੁਰੂਆਂ ਦੇ ਬੋਲਾਂ 'ਚ ਤਾਕਤ ਹੁੰਦੀ ਹੈ। ਜਿੰਨੀ ਕਿਸੇ ਦੀ ਕਮਾਈ ਹੋਵੇਗੀ ਉਹਨੇ ਬੋਲਾਂ 'ਚ ਤਾਕਤ ਹੋਵੇਗੀ। ਅੱਡ-ਅੱਡ ਸੰਤ ਸਟੇਜ 'ਤੇ ਬੈਠੇ ਹੁੰਦੇ ਨੇ, ਕਈ ਸੰਤ ਐਸੇ ਆਉਂਦੇ ਨੇ ਇੱਕਦਮ ਸਾਰੇ ਪੰਡਾਲ 'ਚ ਸ਼ਾਂਤੀ ਹੋ ਜਾਂਦੀ ਹੈ। ਹਾਲੇ ਦੀ ਕਮਾਈ ਹੋਈ ਇੰਨੀ ਹੈ। ਹੁਣ ਇਹ ਕਮਾਈ ਹਜ਼ਾਰਾਂ ਬੰਦੇ ਬੈਠੇ ਨੇ, ਕੋਈ ਵਿੱਚ ਗੱਲਾਂ ਬਾਤਾਂ ਕਰ, ਜਦੋਂ ਆ ਕੇ ਸਟੇਜ 'ਤੇ ਚੜ੍ਹ ਕੇ ਬਹਿ ਸਭ ਚੁੱਪ ਹੋ ਜਾਂਦੇ। ਅਤੇ ਕਈਆਂ ਵਿਚਾਰੇ ਕਹਿਣਾ ਇਹ ਬੀਬੀਓ ਭਾਈਓ ਚੁੱਪ ਕਰੋ, ਕਹਿਣਾ ਪੈਂਦਾ ਮੈਂ ਅਜੇ ਕਮਾਈ ਭਰਾਵਾ ਤੇਰੀ ਘੱਟ ਹੈ। ਜਿੱਦਾਂ ਤੇਰੇ 'ਚ ਤਗੜੀਆਂ ਵੇਵਜ਼ ਨਿਕਲੀਆਂ ਨੇ ਕਮਾਈ ਦੀਆਂ, ਸਭ ਨੇ ਚੁੱਪ ਹੋ ਜਾਣਾ। ਜਿੰਨੀ ਸਾਡੀ ਕਮਾਈ ਉਨੇ ਹੀ ਸਾਡੇ ਬੋਲਾਂ 'ਚ ਤਾਕਤ ਹੁੰਦੀ ਹੈ। ਅਤੇ ਗੁਰੂਆਂ ਦੇ ਬੋਲਾਂ 'ਚ ਕਿਤਨੀ ਤਾਕਤ ਹੈ ਕਿ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ। ਇਸ ਲਈ ਇਹ ਗੁਰੂ ਮਹਾਰਾਜ ਦੇ ਬੋਲ ਨੇ, ਇਹ ਬਾਣੀ 'ਚ ਪਤਾ ਨਹੀਂ ਕਿੰਨੀ ਕੁ ਤਾਕਤ ਹੈ। ਜਿੰਨੀ ਗੁਰੂ ਮਹਾਰਾਜ ਦੇ ਵਿੱਚ ਤਾਕਤ ਸੀ ਉਨੀ ਹੀ ਉਹਨਾਂ ਦੀ ਬਾਣੀ 'ਚ ਤਾਕਤ ਹੈ। ਇਹਨੂੰ ਘੱਟ ਨਹੀਂ ਗਿਣ ਲੈਣਾ, ਉਨੀ ਹੀ ਤਾਕਤ। ਸੋ ਇਹ ਬਾਣੀ ਸ਼ਕਤੀਸ਼ਾਲੀ ਹੈ, ਇੱਕ ਇੱਕ ਲਾਈਨ ਸ਼ਕਤੀਸ਼ਾਲੀ ਹੈ। ਲਾਭ ਉਠਾਓ ਜਿੰਨਾ ਕੁ ਸਮਝ ਜ਼ਿੰਦਗੀ ਦਾ ਰਹਿ ਗਿਆ ਇਸ ਤੋਂ। ਅਤੇ ਗੁਰੂ ਮਹਾਰਾਜ ਕਹਿੰਦੇ ਰੰਗ ਰਸਾ ਤੂੰ ਮਨੇ ਆਧਾਰ, ਤੇਰੇ ਪਿਆਰ ਦਾ ਜਿਹੜਾ ਰਸ ਹੈ ਨਾ, ਇਹ ਮੇਰੇ ਮਨ ਦਾ ਆਧਾਰ ਹੈ। ਰੰਗ ਪਿਆਰ ਨੂੰ ਕਹਿੰਦੇ ਨੇ, ਪਿਆਰ ਦਾ ਆਪਣਾ ਰਸ ਹੈ, ਪਿਆਰ ਦਾ ਆਪਣਾ ਆਨੰਦ ਹੈ। ਕਹਿੰਦੇ ਇਹ ਮੇਰੇ ਮਨ ਦਾ ਆਧਾਰ ਹੈ। ਤੂੰ ਮੇਰੀ ਸੋਭਾ ਤੁਮ ਸੰਗ ਰਚੀਆ, हे ਪ੍ਰਭੂ ਤੂੰ ਮੇਰੀ ਸੋਭਾ ਹੈ, ਮੈਂ ਤਾਂ ਤੇਰੇ ਨਾਲ ਹੀ ਰਚਿਆ ਮਿਚਿਆ ਹਾਂ। ਤੂੰ ਮੈਨੂੰ ਓਪਰਾ ਨਹੀਂ ਲੱਗਦਾ। ਕਈ ਵਾਰੀ ਆਪਾਂ ਨਾ ਕਿਸੇ ਹੋਰ ਥਾਂ 'ਤੇ ਜਾਂਦੇ ਹਾਂ, ਓਪਰਾ ਪ੍ਰਭਾ ਹੌਲੀ ਹੌਲੀ ਜੇ ਆਪਾਂ 10-15-20 ਦਿਨ ਉੱਥੇ ਰਹੀਏ ਪਰ ਪਰਿਵਾਰ ਦੇ ਜੀਆਂ ਨਾਲ ਰਚ ਮਿਚ ਜਾਂਦੇ ਹਾਂ, ਸਾਨੂੰ ਫਿਰ ਓਪਰਾਪਣ ਨਹੀਂ ਲੱਗਦਾ। ਇਸ ਕਰਕੇ ਕਹਿੰਦੇ ਤੂੰ ਮੇਰੀ ਸੋਭਾ, ਤੂੰ ਮੇਰੀ ਵਡਿਆਈ ਹੈ, ਤੁਮ ਸੰਗ ਰਚੀਆ, ਮੈਂ ਤੇਰੇ ਨਾਲ ਰਚਿਆ ਮਿਚਿਆ ਹੂੰ। ਤੂੰ ਮੇਰੀ ਓਟ, ਤੂੰ ਹੈ ਮੇਰਾ ਤਕੀਆ। ਅਜੇ ਬਾਣੀ ਹੁੰਦੇ ਨੇ ਉਹਨਾਂ ਕੋਲ ਮੋਟਾ ਸਾਰਾ ਨਾ ਗੋਲ ਕਰ ਸਰਾਣਾ ਹੁੰਦਾ ਢੋਲ ਲਾਉਣ ਲਈ, ਭਾਵਾਸਰ ਤੱਕੀ, ਉਹਨੂੰ ਤਕੀਆ ਕਹਿੰਦੇ ਨੇ। ਉਹਨੂੰ ਕੀ ਕਹਿੰਦੇ ਨੇ? ਤਕੀਆ। ਮੁਸਲਮਾਨਾਂ ਦਾ ਜਿਹੜਾ ਆਪਾਂ ਸਰਾਂ ਜਿਵੇਂ ਹੁੰਦੀ ਹੈ ਆਪ ਉਸ ਤਰ੍ਹਾਂ ਉਹਨਾਂ ਦੀ ਜਿਹੜੀ ਸਰਾਂ ਜੀ ਬੜੀ ਹੁੰਦੀ ਹੈ ਉਹਨੂੰ ਵੀ ਉਹ ਤਕੀਆ ਕਹਿੰਦੇ ਨੇ। ਇੱਥੇ ਤਕੀਏ ਦਾ ਮਤਲਬ ਓਟ ਆਸਰਾ। ਉਹ ਇਸ ਲਈ ਮਗਰ ਰੱਖਦੇ ਨੇ, ਬੈਠੇ ਹਾਂ ਵੀ ਥੱਕ ਨਾ ਜਾਈਏ, ਥੋੜ੍ਹੇ ਢੋਲ ਲਾ ਲਈ ਉਸਨੂੰ। ਮੋਟਾ ਸਾਰਾ ਤਾਂ ਸਰਾਣਾ ਹੁੰਦਾ, ਕਈ ਘਰਾਂ 'ਚ ਹੈਗੇ ਨੇ। ਤੂੰ ਮੇਰੀ ਓਟ, ਤੂੰ ਹੈ ਮੇਰਾ ਤਕੀਆ, ਤੂੰ ਮੇਰੀ ਓਟ ਹੈ, ਤੂੰ ਮੇਰਾ ਆਸਰਾ। ਮਨ ਤਨ ਅੰਤਰ ਤੂੰ ਹੀ ਧਿਆਇਆ, ਮੈਂ ਮਨ ਕਰਕੇ ਤਨ ਕਰਕੇ ਤੈਨੂੰ ਧਿਆਉਂਦਾ ਹਾਂ। ਮੈਂ ਮਨ ਕਰਕੇ ਤਨ ਕਰਕੇ ਤੈਨੂੰ ਹੀ ਧਿਆਉਂਦਾ। ਮਰਮ ਤੁਮਾਰਾ ਗੁਰ ਤੇ ਪਾ, ਮਰਮ ਭੇਦ ਨੂੰ ਕਹਿੰਦੇ, ਫਾਰਸੀ ਦਾ ਸ਼ਬਦ ਅਰਥ ਭੇਦ। ਤੇਰਾ ਭੇਦ ਮੈਨੂੰ ਗੁਰੂ ਤੋਂ ਪਤਾ ਲੱਗਾ, ਨਹੀਂ ਤਾਂ ਮੈਨੂੰ ਤੇਰੇ ਬਾਰੇ ਕੀ ਗਿਆਨ ਸੀ। ਆਪਣ ਜੇ ਪਰਮਾਤਮਾ ਦਿਸਦਾ ਨਹੀਂ, ਪਰਮਾਤਮਾ ਮਹਿਸੂਸ ਨਹੀਂ ਹੁੰਦਾ, ਆਪਾਂ ਨੂੰ ਬਾਣੀ ਰਾਹੀਂ ਪਤਾ ਲੱਗਾ, ਜਾਂ ਆਪਾਂ ਸੰਤਾਂ ਮਹਾਤਮਾ ਦੀਵਾਨ ਸੁਣੇ, ਜਾਂ ਘਰ ਦੇ ਵੱਡੇ ਜੀਆਂ ਤੋਂ ਪਤਾ ਲੱਗਾ ਵੀ ਪਰਮਾਤਮਾ ਹੁੰਦਾ। ਬੱਚੇ ਹੋਣ ਕਰਕੇ ਅਸੀਂ ਮੰਨਣਾ ਸ਼ੁਰੂ ਕਰਤਾ ਵੀ ਹਾਂ ਪਰਮਾਤਮਾ ਹੁੰਦਾ। ਮੈਂ ਤਜਰਬਾ ਕਰਕੇ ਦੇਖਿਆ। ਮੈਂ ਇੱਕ ਬੀਬੀ ਨੂੰ ਕਿਹਾ ਜੀ ਮੈਂ ਸਕੂਲੇ ਪੜ੍ਹਾਊਂਗਾ ਵੀ ਧਰਤੀ ਗੋਲ ਹੈ ਅਤੇ ਘੁੰਮਦੀ ਹੈ। ਤੇਰਾ ਬੱਚਾ ਘਰ ਹੋਊਗਾ, ਅੱਜ ਤੇਰੇ ਸਰ ਨੇ ਕੀ ਪੜ੍ਹਾਇਆ? ਉਹ ਕਹਿੰਦਾ ਕਿ ਮੇਰਾ ਸਰ ਕਹਿੰਦਾ ਧਰਤੀ ਗੋਲ ਹੈ ਅਤੇ ਘੁੰਮਦੀ ਹੈ। ਉਹ ਕਹਿੰਦੀ ਨਹੀਂ ਵੇ, ਕੋਈ ਧਰਤੀ ਗੋਲ ਗੋਲ ਕੋਈ ਤੈਨੂੰ ਘੁੰਮਦੀ ਮਹਿਸੂਸ ਹੁੰਦੀ ਹੈ? ਕਹੇ ਮੰਮਾ ਮੇਰੇ ਸਰ ਨੇ ਕਿਹਾ ਧਰਤੀ ਗੋਲ ਹੈ ਘੁੰਮਦੀ ਹੈ। ਕਹੇ ਨਹੀਂ ਤੇਰੇ ਸਰ, ਕਹੇ ਮੇਰੇ ਸਰ ਨੇ ਕਿਹਾ, ਤੁਹਾਨੂੰ ਨਹੀਂ ਪਤਾ ਹੈਗਾ। ਬੱਚੇ ਨੂੰ ਇੰਨਾ ਵਿਸ਼ਵਾਸ ਹੈ ਟੀਚਰ ਦੇ। ਮਾਂ ਵੀ ਪੜ੍ਹੀ ਲਿਖੀ ਹੈ, ਮੈਂ ਤਜਰਬਾ ਕਰਨਾ ਸੀ ਵੀ ਬੱਚੇ ਨੂੰ ਆਪਣੇ ਟੀਚਰ ਦੀ ਗੱਲ 'ਤੇ ਕਿੰਨਾ ਵਿਸ਼ਵਾਸ ਹੈ। ਉਹਨੇ ਮਾਂ ਦੀ ਗੱਲ 'ਤੇ ਵਿਸ਼ਵਾਸ ਨਹੀਂ ਕੀਤਾ। ਟੀਚਰ ਕਹਿੰਦੇ ਧਰਤੀ ਗੋਲ ਹੈ ਘੁੰਮਦੀ ਹੈ, ਬਸ ਬੱਚੇ ਨੇ ਧਰਤੀ ਗੋਲ ਹੈ ਘੁੰਮਦੀ ਹੈ ਬਸ। ਸਾਡੇ ਮਾਤਾ ਪਿਤਾ ਨੇ ਜਾਂ ਵੱਡੇ ਭਰਾਵਾਂ ਨੇ ਸਾਨੂੰ ਕਿਹਾ ਪਰਮਾਤਮਾ ਹੈ, ਆਪਾਂ ਮੰਨ ਲਿਆ ਹੈ। ਬਾਣੀ 'ਤੇ ਥਾਂ ਥਾਂ 'ਤੇ ਕਹਿੰਦੀ ਹੈ ਉਹ ਬਾਣੀ ਦਾ ਪਰਮਾਤਮਾ ਨੂੰ ਹੁਣ ਗੱਲ ਹੀ ਕੋਈ ਨਹੀਂ ਕਰਦੀ।
ਬਾਣੀ ਤਾਂ ਜਿੱਥੋਂ ਸ਼ੁਰੂ ਹੋਈ, ਇੱਕ ਓਂਕਾਰ ਤੋਂ ਸ਼ੁਰੂ ਹੋਈ, ਉਹ ਤਾਂ ਗੱਲ ਹੀ ਰੱਬ ਤੋਂ ਸ਼ੁਰੂ ਹੋਈ ਹੈ। ਹੁਣ ਕੋਈ ਸਿੱਖ ਇਹ ਕਹੇ ਰੱਬ ਹੈ ਨਹੀਂ, ਤਾਂ ਮੈਂ ਕਹਿੰਦਾ ਯਾਰ ਕਮਾਲ ਦਾ ਇਹ ਬੰਦਾ ਹੈ। ਸਿੱਖ ਜਿਹਨੇ ਸਿੱਖ ਧਰਮ ਚਾਲੂ ਕੀਤਾ, ਉਹ ਤਾਂ ਗੱਲ ਹੀ ਇੱਕ ਓਂਕਾਰ ਤੋਂ ਸ਼ੁਰੂ ਕਰਦਾ, ਅਤੇ ਉਹਦਾ ਸਿੱਖ ਕੋ ਕਹਿ ਰਿਹਾ ਰੱਬ ਹੈ ਨਹੀਂ ਹੈਗਾ। ਬਸ ਇਹ ਤਾਂ ਮੈਂ ਗੁਰੂ ਨਾਨਕ ਅਤੇ ਦਸਮ ਪਾਤਸ਼ਾਹ ਝੂਠ ਹੀ ਬੋਲਦੇ ਰਹੇ, ਭਗਤ ਜਿਹਨਾਂ ਦੀ ਬਾਣੀ ਦਰਜ ਉਹ ਝੂਠ ਹੀ ਬੋਲਦੇ ਰਹੇ। ਬਸ ਅਸੀਂ ਇੱਕ ਸਿਆਣੇ ਹੋ ਗਏ, ਹਾਂ ਰੱਬ ਹੈ ਹੀ ਨਹੀਂ ਹੈ। ਤੁਸੀਂ ਕਹੋ ਹਾਂ ਭਾਈ ਰੱਬ ਸਾਨੂੰ ਦਿਸਦਾ ਨਹੀਂ ਹੈਗਾ, ਕਹਿੰਦੇ ਨੇ ਰੱਬ ਹੈ, ਚਲੋ ਤਾਂ ਵੀ ਸਰ ਗਿਆ ਵੀ ਹੈ ਹੀ ਨਹੀਂ ਜੀ। ਇੱਕ ਸਿੱਖ ਹੋ ਕੇ ਮੈਂ ਹੇਠਾਂ ਪੜ੍ਹਦੇ ਕਈ ਵਾਰ ਅਖਬਾਰਾਂ 'ਚ ਆਉਂਦਾ ਹੁੰਦਾ, ਮੈਂ ਫਿਰ ਹੇਠਾਂ ਨਾਮ ਪੜ੍ਹਦਾ, ਲਿਖਿਆ ਦਾ ਸਿੰਘ ਫਲਾਣਾ ਸਿੰਘ। ਮੈਨੂੰ ਬੜਾ ਅਫਸੋਸ ਹੁੰਦਾ, ਮੈਂ ਦੱਸ ਇਹ ਲੋਕ ਕਿੰਨੇ ਅਗਿਆਨੀ ਨੇ ਵੀ ਇਹ ਗੁਰੂਆਂ ਨੂੰ ਝੂਠੇ ਸਿੱਧ ਕਰ ਰਹੇ ਨੇ। ਬਾਣੀ ਇੱਕ ਓਂਕਾਰ ਤੋਂ ਸ਼ੁਰੂ ਹੁੰਦੀ ਹੈ, ਗੱਲ ਹੀ ਰੱਬ ਤੋਂ ਸ਼ੁਰੂ ਹੁੰਦੀ ਹੈ, ਅਤੇ ਅਸੀਂ ਕਹੀਏ ਰੱਬ ਹੈ ਨਹੀਂ। ਫਿਰ ਕਿੰਨੇ ਅਸੀਂ ਅਗਿਆਨੀ ਲੋਕ। ਸੋ ਗੁਰੂ ਮਾਏ ਮਰਮ ਤੁਮਾਰਾ ਗੁਰ ਤੇ ਪਾਇਆ। ਹੈ ਪਰਮਾਤਮਾ ਤੇਰਾ ਭੇਦ ਤਾਂ ਮੈਨੂੰ ਗੁਰੂ ਤੋਂ ਪਤਾ ਲੱਗਾ ਵੀ ਤੂੰ ਕੀ ਹੈ। ਸਤਿਗੁਰ ਤੇ ਦ੍ਰਿੜਿਆ ਇੱਕ ਏਕ ਹੈ। ਗੁਰੂ ਤੇ ਮੈਂ ਇੱਕ ਪਰਮਾਤਮਾ 'ਤੇ ਵਿਸ਼ਵਾਸ ਦ੍ਰਿੜ ਕੀਤਾ ਹੈ। ਗੁਰੂ ਮਹਾਰਾਜ ਮੇਰਾ ਪਰਮਾਤਮਾ 'ਤੇ ਵਿਸ਼ਵਾਸ ਦ੍ਰਿੜ ਕਰਾਤਾ ਵੀ ਹਾਂ ਰੱਬ ਹੈ, ਅਤੇ ਰੱਬ ਆਹ ਕੁਛ ਕਰਦਾ। ਸਾਰੀ ਬਾਣੀ ਜੋ ਕਹਿੰਦੀ ਇਹੀ ਕੁਛ ਕਰਦਾ ਰੱਬ। ਰੱਬ ਕੀ ਕਰਦਾ? ਬਾਣੀ 'ਚ ਥਾਂ 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 'ਤੇ ਲਿਖਿਆ ਹੋਇਆ। ਰੱਬ ਦੀ ਤਾਂ ਗੱਲ ਛੱਡੋ, ਰੱਬ ਦਾ ਨਾਮ ਕੀ ਕਰਦਾ? ਦੇਖੋ ਕਿਆ ਬਾਤ ਹੈ। ਰੱਬ ਦੇ ਨਾਮ ਵਿੱਚ ਇੰਨੀ ਸ਼ਕਤੀ, ਰੱਬ 'ਚ ਕਿੰਨੀ ਹੋਏਗੀ ਤੁਸੀਂ ਆਪ ਅੰਦਾਜ਼ਾ ਲਾ ਲਓ। ਜੇ ਗੁਰੂ ਮਹਾਰਾਜ ਦੀ ਸੋਟੀ 'ਚ ਇੰਨੀ ਸ਼ਕਤੀ ਹੈ, ਤਾਂ ਗੁਰੂ ਮਹਾਰਾਜ ਕਿੰਨੀ ਹੋਵੇਗੀ। ਆਪਾਂ ਵਾਹਿਗੁਰੂ ਵਾਹਿਗੁਰੂ ਕਦੇ ਨਾਮ ਜਪਦੇ ਨੇ, ਨਾਮ ਦੇ ਵਿੱਚ ਹੀ ਇੰਨੀ ਸ਼ਕਤੀ ਹੈ। ਸਾਡੇ ਸਾਰੇ ਕਾਰਜ ਸਵਾਰਦਾ, ਸਾਡੀਆਂ ਗਰੀਬੀਆਂ ਦੂਰ ਕਰ, ਦੁੱਖਾਂ ਤੇ ਕਲੇਸ਼ਾਂ ਦਾ ਨਾਸ਼ ਕਰਦਾ ਹੈ। ਬਹੁਤ ਨਾਮ 'ਚ ਇੰਨੀ ਤਾਕਤ ਹੈ, ਤਾਂ ਫਿਰ ਪਰਮਾਤਮਾ 'ਚ ਕਿੰਨੀ ਹੋਏਗੀ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਉਹ ਤਾਂ ਫਿਰ ਬੇਅੰਤ ਸ਼ਕਤੀ ਦਾ ਮਾਲਕ ਹੈਗਾ, ਉਹਦੇ ਨਾਮ 'ਚ ਇੰਨੀ ਤਾਕਤ ਹੈ। ਇਸੇ ਤਰ੍ਹਾਂ ਹੀ ਗੁਰੂ ਦੀ ਬਾਣੀ 'ਚ ਬੇਅੰਤ ਤਾਕਤ ਹੈ, ਗੁਰੂ 'ਚ ਕਿੰਨੀ ਹੋਏਗੀ। ਜਿਨ੍ਹਾਂ ਦੀ ਬਾਣੀ 'ਚ ਇੰਨੀ ਤਾਕਤ ਹੈ ਵੀ ਸਾਡੇ ਕਾਰਜ ਸਵਾਰਦੀ ਹੈ, ਸਭ ਕੁਛ ਕਰਦੀ ਬਾਣੀ। ਸਾਨੂੰ ਗਰੀਬ ਤੋਂ ਅਮੀਰ ਕਰਦੀ ਹੈ, ਦੁਖੀ ਤੋਂ ਸੁਖੀ ਕਰਦੀ ਹੈ। ਜਿਹਨੂੰ ਕੋਈ ਨਹੀਂ ਜਾਣਦਾ, ਬਾਣੀ ਉਹਨੂੰ ਸਿਰੇ ਚੜ੍ਹਾ ਦਿੰਦੀ ਹੈ, ਦੂਰ ਦੂਰ ਤੱਕ ਬਾਣੀ ਪ੍ਰਸਿੱਧ ਕਰ ਦਿੰਦੀ ਹੈ ਉਸਨੂੰ। ਗੁਰੂ ਦੇ ਮੁਖ ਤੋਂ ਨਿਕਲੀ ਹੋਈ ਬਾਣੀ। ਫਿਰ ਮੈਂ ਕਈ ਬੈਠਾ ਸੋਚਦਾ, ਜਦੋਂ ਬਾਣੀ 'ਚ ਇੰਨੀ ਤਾਕਤ, ਯਾਰ ਗੁਰੂ ਮਹਾਰਾਜ ਪਤਾ ਨਹੀਂ ਕਿੰਨੀ ਕੁ ਹੋਵੇਗੀ, ਕਿੰਨੀ ਕੁ ਤਾਕਤ ਹੋਵੇਗੀ। ਪਰਮਾਤਮਾ ਦੇ ਨਾਮ ਵਿੱਚ ਇੰਨੀ ਤਾਕਤ ਹੈ, ਪਰਮਾਤਮਾ ਕਿੰਨੀ ਕੁ ਹੋਵੇਗੀ, ਅਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ। ਇਸ ਲਈ ਕਹਿੰਦੇ ਸਤਿਗੁਰ ਤੇ ਦ੍ਰਿੜਿਆ ਇੱਕ ਏਕ। ਮੈਂ ਤਾਂ ਗੁਰੂ ਤੋਂ ਇੱਕ ਪਰਮਾਤਮਾ ਨੂੰ ਹੀ ਦ੍ਰਿੜ ਕੀਤਾ ਹੋਇਆ ਹੈ। ਨਾਨਕ ਦਾਸ ਹਰ 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 ਟੇਕ। ਦਾਸ ਨਾਨਕ ਦਾ ਪਰਮਾਤਮਾ ਦਾ ਹੀ ਓਟ ਆਸਰਾ ਹੈ, ਇਹਦੀ ਹੀ ਟੇਕ ਹੈ। ਮੈਨੂੰ ਤਾਂ ਕਦੇ ਪਰਮਾਤਮਾ ਦਾ ਹੀ ਓਟ ਆਸਰਾ, ਅਤੇ ਉਸੇ ਦਾ ਹੀ ਓਟ ਆਸਰਾ ਲੈਣਾ ਚਾਹੀਦਾ ਹੈ, ਕਿਉਂਕਿ ਸਭ ਤੋਂ ਵੱਧ ਸ਼ਕਤੀਸ਼ਾਲੀ ਪਰਮਾਤਮਾ ਹੀ ਹੈ। ਫਿਰ ਜੇ ਤਕੜੇ ਦਾ ਓਟ ਆਸਰਾ ਲਵੇ, ਫਿਰ ਮਾੜਾ ਆਪਾਂ ਨੂੰ ਡਰਾ ਹੀ ਨਹੀਂ ਸਕਦਾ। ਸਤਿਕਾਰਯੋਗ ਸਾਧ ਸੰਗਤ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ